ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਨੇ ਸਰਦਾਰ ਰਾਜਵੀਰ ਸਿੰਘ ਜੋ ਕਿ ਖਾਲਸਾ ਕਾਲਜ ਦੇ ਜੁਆਇੰਟ ਸੈਕਟਰੀ ਨੇ ਫਾਰਮਸ ਅਤੇ ਡੇਅਰੀ ਦੇ। ਪਿੰਗਲਵਾੜੇ ਨੂੰ ਬਹੁਤ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਨੇ। ਉੱਥੇ ਸੇਵਾ ਦੇ ਰੂਪ ਦੇ ਵਿੱਚ ਖੇਤੀ ਕਰਵਾ ਰਹੇ ਨੇ। ਖਾਲਸਾ ਕਾਲਜ ਦੇ ਵਿੱਚ ਆਰਗੈਨਿਕ ਫਾਰਮਿੰਗ ਕਰਵਾ ਰਹੇ ਨੇ ਅਤੇ ਹੋਰ ਵੀ ਬਹੁਤ ਲੰਮੇ ਸਮੇਂ ਤੋਂ ਵੱਖ-ਵੱਖ ਸੰਸਥਾਵਾਂ ਦੇ ਨਾਲ ਜੁੜੇ ਨੇ। ਦੇਸ਼ ਦੇ ਵਿੱਚ ਔਰ ਕਈ ਵਾਰ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਦੇ ਕੋਲੋਂ ਸੁਝਾਅ ਲਏ ਜਾਂਦੇ ਨੇ ਕਿ ਆਰਗੈਨਿਕ ਖੇਤੀ ਨੂੰ ਹੋਰ ਪ੍ਰਫੁੱਲਿਤ ਕਿੱਦਾਂ ਕੀਤਾ ਜਾਣਾ ਚਾਹੀਦਾ। ਅੱਜ ਦਾ ਵਿਸ਼ਾ ਵੀ ਸਾਡਾ ਕੁਦਰਤੀ ਖੇਤੀ ਬਾਰੇ ਆ ਕਿ ਕੁਦਰਤੀ ਖੇਤੀ ਹੈ ਕੀ ਆ। ਸਰ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਦਿੱਤਾ ਜੀ। ਕੁਦਰਤੀ ਖੇਤੀ ਕੀ ਆ ਸਰ, ਕਿਹਨੂੰ ਕਹਿੰਦੇ ਕੁਦਰਤੀ ਖੇਤੀ? ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਖਾਲਸਾ ਕਾਲਜ ਨੂੰ ਪਿਆਰ ਕਰਨ ਵਾਲੀਆਂ ਸਮੂਹ ਸੰਗਤਾਂ ਦੇ ਨਾਲ ਗੁਰੂ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤੀ ਖੇਤੀ ਜਿਹਦੇ ਵਿੱਚ ਅਸੀਂ ਜ਼ੀਰੋ ਬਜਟ ਖੇਤੀ ਵੀ ਨੂੰ ਅਸੀਂ ਕਹਿ ਦਿੰਦੇ ਹਾਂ, ਜਿਹਦੇ ਵਿੱਚ ਸਾਨੂੰ ਹਮੇਸ਼ਾ ਮਾਰਕੀਟ ਦੇ ਵਿੱਚ ਜਾਣ ਦੀ ਕੋਈ ਬਹੁਤੀ ਲੋੜ ਨਹੀਂ ਪੈਂਦੀ। ਇਹ ਜਿਹੜਾ ਕੁਦਰਤੀ ਖੇਤੀ ਕਨਸੈਪਟ ਸੀਗਾ, ਇਹ ਸੁਭਾਸ਼ ਪਾਲਕਰ ਜੀ ਅਮਰਾਵਤੀ ਤੋਂ ਜਦੋਂ ਸਾਡੇ ਕੋਲ ਪਿੰਗਲਵਾੜਾ ਵਿਖੇ 2006 'ਚ ਆਏ ਤਾਂ ਪਿੰਗਲਵਾੜੇ ਦੇ ਕੋਲ ਜਿਹੜੇ ਸੰਗਤਾਂ ਵੱਲੋਂ ਪੈਸਾ ਦਿੱਤਾ ਹੁੰਦਾ ਉਹਦੇ 'ਚੋਂ ਅਸੀਂ 15% ਬਚਤ ਕਰ ਸਕਦੇ, 85% ਖਰਚਣਾ ਹੁੰਦਾ। ਉਹਨਾਂ ਪੈਸਿਆਂ ਦੇ ਨਾਲ ਜਿਹੜੀ ਭੈਣ ਇੰਦਰਜੀਤ ਕੌਰ ਨੇ ਜ਼ਮੀਨ ਖਰੀਦੀ ਸੀ, ਸਮੂਹ ਟਰਸਟ ਨੇ ਪਿੰਗਲਵਾੜਾ ਨੇ, ਔਰ ਉਹ ਫਿਰ ਉਸ ਸਮੇਂ ਅਸੀਂ ਸੈਮੀਨਾਰ ਉਹਨਾਂ ਦਾ ਜਦੋਂ ਅਟੈਂਡ ਕੀਤਾ ਤੇ ਦੇਖਿਆ ਕਿ ਜਿਹੜੇ ਵਿਕਲਾਂਗ ਬੱਚੇ ਜਨਮ ਲੈ ਰਹੇ ਨੇ, ਜਿਹੜੀਆਂ ਬਹੁਤ ਸਾਰੀਆਂ ਸਾਡੀਆਂ ਜਾਤੀਆਂ ਜਿਹੜੀਆਂ ਆ ਬਰਬਾਦ ਹੋ ਰਹੀਆਂ ਨੇ, ਉਹ ਜਿਹੜੀਆਂ ਪੈਸਟੀਸਾਈਡ ਫਰਟੀਲਾਈਜ਼ਰ ਜਿਹੜੀ ਅਸੀਂ ਬੇਤਹਾਸ਼ਾ ਛਿੜਕ ਰਹੇ ਹਾਂ ਔਰ ਕੰਪਨੀਆਂ ਦੇ ਅਸੀਂ ਗੁਲਾਮ ਬਣਦੇ ਜਾ ਰਹੇ ਹਾਂ। ਔਰ ਇਹ ਫਿਰ ਅਸੀਂ ਸੋਚਿਆ ਕਿ ਸੁਭਾਸ਼ ਪਾਲਕਰ ਜੀ ਦੀ ਵਿਧੀ ਅਨੁਸਾਰ ਕੁਦਰਤੀ ਖੇਤੀ ਕੀਤੀ ਜਾਵੇ। ਫਿਰ ਪ੍ਰਧਾਨ ਸਾਹਿਬ ਸ਼ੀਨਾ ਸਾਹਿਬ ਸਮੂਹ ਮੈਨੇਜਮੈਂਟ ਨੇ ਮੈਨੂੰ ਇੱਥੋਂ ਦਾ ਸੇਵਾਦਾਰ ਬਣਾਇਆ ਔਰ ਅਸੀਂ ਖਾਲਸਾ ਕਾਲਜ ਵਿਖੇ ਵੀ ਇਹ ਜਿਹੜੀ ਸੀ ਖੇਤੀ ਇਹ 6-7 ਸਾਲ ਪਹਿਲਾਂ ਸ਼ੁਰੂ ਕੀਤੀ। ਉਹਦੇ ਵਿੱਚ ਅਸੀਂ ਗੰਨਾ ਵੀ ਇੱਥੇ ਲਾਉਣਾ ਸ਼ੁਰੂ ਕੀਤਾ, ਕਣਕ ਵੀ। ਔਰ ਉਹ ਜਿਹੜੀ ਕਣਕ ਸੀ, ਸਾਡੇ ਬਠਿੰਡੇ ਦੇ ਲੋਕ, ਕਪੂਰਥਲਾ ਦੀਆਂ ਸੰਗਤਾਂ ਔਰ ਲੁਧਿਆਣੇ ਦੇ ਲੋਕ ਜਿਹੜੇ ਸੀ ਉਹ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਕਣਕ ਆਣ ਕੇ ਲੈ ਕੇ ਗਏ ਔਰ ਫਿਰ ਇੱਥੇ ਸਬਜ਼ੀਆਂ ਵੀ ਲਾਉਣੀਆਂ ਸ਼ੁਰੂ ਕੀਤੀਆਂ। ਫਿਰ ਬਾਰ-ਬਾਰ ਅਸੀਂ ਜਿਹੜੀ ਰਾਮਤੀਰਥ ਰੋਡ ਤੋਂ ਉੱਥੇ ਇੱਕ ਹੱਟ ਵੀ ਬਣਾਈ ਕਿਉਂਕਿ ਸੰਗਤਾਂ ਨੂੰ ਜਿਹੜੀ ਬਿਨਾਂ ਪੈਸਟੀਸਾਈਡ ਫਰਟੀਲਾਈਜ਼ਰ ਸਬਜ਼ੀ ਜਿਹੜੀ ਆ ਉਹ ਮੁਹੱਈਆ ਕੀਤੀ ਜਾ ਸਕੇ। ਇਸ ਤਰ੍ਹਾਂ ਕਰਕੇ ਇਹ ਕੁਦਰਤੀ ਖੇਤੀ ਜਿਹੜੀ ਹੈ, ਕਿਉਂਕਿ ਖਾਲਸਾ ਕਾਲਜ ਦੇ ਵਿੱਚ BSc MSc ਐਗਰੀਕਲਚਰ ਬਹੁਤ ਪੁਰਾਣਾ ਸਬਜੈਕਟ ਆ, ਕਿਉਂਕਿ ਜੱਟਾਂ ਦਾ ਜਿਹੜਾ ਮਸੀਹਾ ਆ ਉਹ BSc MSc ਐਗਰੀਕਲਚਰ ਵਾਲੇ ਜਿਹੜੇ ਸਾਡੇ ਸਟੂਡੈਂਟ ਤਿਆਰ ਹੁੰਦੇ ਆ, ਉਹ ਕਿਸਾਨੀ ਨਾਲ ਸੰਬੰਧਿਤ, ਉਹਨਾਂ ਨੂੰ ਬਹੁਤ ਗਿਆਨ ਹੁੰਦਾ, ਉਹਨਾਂ ਨੇ ਗਾਈਡ ਕਰਨਾ ਹੁੰਦਾ। ਔਰ ਫਿਰ ਜਦੋਂ ਸ਼ੀਨਾ ਸਾਹਿਬ ਪ੍ਰਧਾਨ ਸਾਹਿਬ ਨੇ ਕਿਹਾ ਕਿ ਅਸੀਂ ਕੁਦਰਤੀ ਖੇਤੀ ਕਰਕੇ ਇਹ ਕਿਸਾਨ ਵੀਰਾਂ ਨੂੰ, ਬੱਚਿਆਂ ਨੂੰ ਔਰ ਵੱਖ-ਵੱਖ ਜਗ੍ਹਾ 'ਤੇ ਦੱਸੀਏ ਕਿ ਕੁਦਰਤੀ ਖੇਤੀ ਦੁਆਰਾ ਬਿਨਾਂ ਪੈਸਟੀਸਾਈਡ ਬਿਨਾਂ ਫਰਟੀਲਾਈਜ਼ਰ ਤੋਂ ਜਿਹੜੀ ਸਾਡੀਆਂ ਸਾਰੀਆਂ ਕ੍ਰੌਪਸ ਨੇ, ਔਰ ਉਹਦੇ ਵਿੱਚ ਚਲੋ ਸਾਹਿਬ ਆਲ ਲਿਵਿੰਗ ਥਿੰਗ, ਜਿਹਦੇ ਵਿੱਚ ਪੰਛੀ ਵੀ ਆ ਜਾਂਦੇ, ਕੀੜੇ ਵੀ ਆ ਜਾਂਦੇ ਆ। ਔਰ ਮੈਂ ਸਮੂਹ ਸੰਗਤਾਂ ਨੂੰ ਇਹ ਜਾਣਕਾਰੀ ਦੇਣੀ ਚਾਹਾਂਗਾ ਕਿ 85% ਸਾਡੇ ਮਿੱਤਰ ਕੀਟ ਨੇ ਵਾਯੂਮੰਡਲ ਦੇ ਵਿੱਚ, 15% ਸਾਡੇ ਦੁਸ਼ਮਣ ਕੀਟ ਨੇ ਔਰ 85% ਜਿਹੜੇ ਆ ਉਹ ਸਾਡੇ ਵਾਸਤੇ ਰਾਤ ਦਿਨ ਕੰਮ ਕਰਦੇ ਆ। ਜੇ ਉਹ ਅਸਮਾਨ ਦੇ ਵਿੱਚ ਉੱਡਦੇ ਆ ਤਾਂ ਵੀ ਸਾਡੇ ਲਈ ਕੰਮ ਕਰਦੇ ਆ ਔਰ ਉਹ ਜ਼ਹਿਰੀਲੇ ਜਿਹੜੇ ਕੀਟ ਆ ਉਹਨਾਂ ਨੂੰ ਖਾ ਰਹੇ ਨੇ। ਉਹਨਾਂ ਨੂੰ ਫਿਰ ਤੁਸੀਂ ਪੈਦਾ ਕਰਵਾਉਂਦੇ ਹੋ ਜਿਹੜੇ ਮਿੱਤਰ ਕੀੜੇ ਨੇ ਕਿ ਜਾਂ ਉਹਨਾਂ ਕਿੱਦਾਂ ਵਰਤੋਂ 'ਚ ਲੈ ਕੇ ਆਉਂਦੇ ਹੋ? ਤੁਹਾਡਾ ਕੁਐਸਚਨ ਬਹੁਤ ਵਧੀਆ ਆ, ਕਿਉਂਕਿ ਜਿਵੇਂ ਪਿੱਛੇ ਇਹਨਾਂ ਨੇ ਇਟਾਲੀਅਨ ਕੇਚੂਏ, ਗਡੋਏ ਜਿਹਨੂੰ ਅਸੀਂ ਕਹਿੰਦੇ ਆ, ਜਿਹੜੇ ਸਿਰਫ ਗੋਹੇ ਦੇ ਵਿੱਚ ਹੀ ਪ੍ਰਫੁੱਲਿਤ ਹੁੰਦੇ ਆ, ਉਹਨਾਂ ਨੂੰ ਲੈ ਕੇ ਉਹਨਾਂ ਦੀ ਸਾਨੂੰ ਲੋੜ ਨਹੀਂ, ਕਿਉਂਕਿ ਸਾਡੇ ਕੋਲ ਨੈਚੁਰਲ ਜਿਹੜੇ ਕੇਚੂਏ ਗਡੋਆ ਆ ਇਹ ਇੰਨਾ ਜ਼ਿਆਦਾ ਆ। ਯੂਨੀਵਰਸਿਟੀ ਦੇ ਰਿਕਾਰਡ 'ਚ ਲਿਖਿਆ ਕਿ 2500 ਗਡੋਆ ਇੱਕ ਖੇਤ 'ਚ ਹੁੰਦਾ ਆ। ਮੈਂ ਦਾਅਵੇ ਨਾਲ ਕਹਿੰਦਾ ਕਿ ਜੇ ਅਸੀਂ ਨੈਚੁਰਲ ਫਾਰਮਿੰਗ ਕਰਦੇ ਹਾਂ ਤੇ 2.5 ਨਹੀਂ 5000 ਦੇ ਕਰੀਬ ਹੁੰਦਾ ਆ ਔਰ ਉਹ ਦਿਨ ਰਾਤ ਸਾਡੇ ਲਈ ਕੰਮ ਕਰਦਾ। ਇਸ ਤਰ੍ਹਾਂ ਹੋਰ ਬਹੁਤ ਸਾਰੇ ਕੀਟ ਜਿਹੜੇ ਆ ਉਹ ਚਾਹੁੰਦੇ ਆ ਕਿ ਉਹ ਸਾਡੇ ਵਾਸਤੇ ਦਿਨ ਰਾਤ ਧਰਤੀ ਨੂੰ ਪੋਲੀ ਕਰ ਦਈਏ, ਧਰਤੀ 'ਚ ਛੇਕ ਕਰਦੇ ਆ। ਉਹਦੇ ਨਾਲ ਆਕਸੀਜਨ ਜਾਏਗੀ, ਉਹਦੇ 'ਚ ਕਾਰਬਨ ਜਾਏਗੀ, ਨਾਈਟ੍ਰੋਜਨ ਜਾਏਗੀ। ਔਰ ਮੈਂ ਸੰਗਤਾਂ ਨੂੰ ਇਹ ਦੱਸ ਕੇ ਖੁਸ਼ੀ ਮਹਿਸੂਸ ਕਰਾਂਗਾ ਕਿ 97.5 ਪੌਦਾ ਜਿਹੜਾ ਆ ਵਾਯੂਮੰਡਲ 'ਚੋਂ ਖੁਰਾਕ ਕੈਪਚਰ ਕਰਦਾ ਆ। ਪਹਿਲਾਂ ਖੁਰਾਕ ਉਹਨੇ ਪੱਤਿਆਂ ਰਾਹੀਂ ਕੈਪਚਰ ਕੀਤੀ, ਫਿਰ ਉਹਨੇ ਤਣੇ ਨੂੰ ਦਿੱਤੀ ਔਰ ਫਿਰ ਰੂਟ ਤੱਕ ਜਿਹੜੀ ਜੜ੍ਹਾਂ ਤੱਕ ਜਿਹੜੀ ਖੁਰਾਕ ਆ ਉਹ ਪਹੁੰਚਾਈ। ਔਰ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਵੀ, ਮੈਂ ਵੀ ਪਿੰਡ ਦਾ ਰਹਿਣ ਵਾਲਾ, ਤੁਸੀਂ ਪਿੰਡ ਦੇ ਰਹਿਣ ਵਾਲੇ ਹੋ, ਔਰ ਅਸੀਂ ਖੇਤੀ ਵਾਲੇ ਸਾਰੇ ਪਿੰਡਾਂ ਦੀ ਪੈਦਾਇਸ਼ ਆ ਔਰ ਅਸੀਂ ਇਹ ਕਹਿ ਦਿੰਦੇ ਹਾਂ ਕਿ ਗੋਹਾ ਖਾਦ
ਨਹੀਂ, ਗੋਹਾ ਖਾਦ ਨਹੀਂ, ਗੋਹੇ ਦੇ ਜੀਵਾਣੂ ਜਿਹੜੇ ਆ ਉਹ ਖਾਦ ਆ। ਮੈਂ ਥੋੜਾ ਜਿਹਾ ਪਿਛੋਕੜ 'ਚ ਜਾਵਾਂ। ਸਾਡੀਆਂ ਮਾਵਾਂ ਭੈਣਾਂ ਜਦੋਂ ਚੌਂਕੇ ਦੇ ਵਿੱਚ ਗੋਹਾ ਫੇਰਦੀਆਂ ਸੀ ਤੇ ਉਹਨਾਂ ਦਾ ਇਹ ਹੁੰਦਾ ਸੀ ਕਿ ਗੋਹਾ ਜਿਹੜਾ ਫੇਰਨ ਤੋਂ ਬਾਅਦ ਚੌਂਕਾ ਜਿਹੜਾ ਸੁੱਚਾ ਹੋ ਗਿਆ। ਹਾਂਜੀ, ਕਿਉਂ ਸੁੱਚਾ ਹੋ ਗਿਆ? ਕਿਉਂਕਿ ਜਿਹੜੇ ਗੋਹੇ ਦੇ ਜੀਵਾਣੂ ਸੀ ਉਹ ਕੀਟਾਣੂਆਂ ਨੂੰ ਖਾ ਲੈਂਦੇ ਸੀਗੇ ਔਰ ਉਹ ਚੌਂਕਾ ਜਿਹੜਾ ਆਪਣੇ ਆਪ ਆਟੋਮੈਟਿਕਲੀ ਜਿਹੜਾ ਅਸੀਂ ਸੁੱਚਾ ਸਮਝਦੇ ਸੀਗੇ। ਭਾਵ ਕਿ ਜਿਹੜੇ ਗੋਬਰ ਦੇ ਵਿੱਚ ਜੀਵਾਣੂ ਨੇ ਜਿਨ੍ਹਾਂ ਦੀ ਗਿਣਤੀ ਜਿਹੜੀ ਅਸੀਂ ਟੈਸਟ ਕਰਾ ਚੁੱਕੇ ਹਾਂ ਲੈਬੋਰਟਰੀ ਦੇ ਵਿੱਚੋਂ, 1 ਗ੍ਰਾਮ ਦੇ ਵਿੱਚ ਕਈ ਕਰੋੜ ਜੀਵਾਣੂ ਆ ਜਿਹੜੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਬਣਾਉਂਦੇ ਆ। ਔਰ ਇਸ ਵਿਧੀ ਦੇ ਵਿੱਚ ਫਿਰ ਪਾਲਕ ਜੀ ਦੇ ਫਾਰਮੂਲੇ ਅਨੁਸਾਰ ਅਸੀਂ ਜੀਵ ਅੰਮ੍ਰਿਤ ਬਣਾਉਂਦੇ ਆ। ਉਸ ਤੋਂ ਪਹਿਲਾਂ ਬੀਜ ਅੰਮ੍ਰਿਤ ਬਣਾਉਂਦੇ ਆ। ਬੀਜ ਨੂੰ ਸੋਧਣ ਵਾਸਤੇ ਤੁਹਾਨੂੰ ਕੋਈ ਕੈਮੀਕਲ ਦੀ ਲੋੜ ਨਹੀਂ। ਜਿਹੜੀਆਂ ਬਾਜ਼ਾਰ ਦੇ ਵਿੱਚ ਵਿਕ ਰਿਹਾ, ਜਿਹਦਾ ਪ੍ਰਚਾਰ ਹੋ ਰਿਹਾ, ਮਨਸੈਂਟੋ, ਐਕਸਲ, ਬਾਇਰ, ਸਜੈਂਟਾ, ਇਹ 12-13 ਕੰਪਨੀਆਂ ਨੇ ਜਿਹੜੀਆਂ ਦਿਨ ਰਾਤ ਇਹ ਪ੍ਰਚਾਰ ਕਰ ਰਹੀਆਂ ਆ ਔਰ ਉਹਦੀ ਕੋਈ ਲੋੜ ਨਹੀਂ। ਅਸੀਂ ਪਸ਼ੂ ਦਾ ਗੋਬਰ ਲੈਂਦੇ ਆ, ਪਸ਼ੂ ਦਾ ਪਿਸ਼ਾਬ ਲੈਂਦੇ ਆ, ਉਹਦੇ ਵਿੱਚ 100-150 ਗ੍ਰਾਮ ਬੁਝਿਆ ਚੂਨਾ ਪਾ ਕੇ ਉਹਦੀ ਪੇਸਟ ਬਣਾ ਕੇ ਜਿਹੜਾ ਵੀ ਅਸੀਂ ਬੀਜਣਾ ਖੇਤ ਦੇ ਵਿੱਚ ਉਹਨੂੰ ਅਸੀਂ ਉਹਦੇ ਵਿੱਚ ਭਿਉਂ ਕੇ ਬਾਹਰ ਕੱਢ ਕੇ ਥੋੜਾ ਸੁਕਾ ਕੇ ਜੇ ਡਰਿਲ ਕਰਨੀ ਆ, ਕਿਸਾਨ ਛੱਟਾ ਦਿੰਦਾ ਆ ਔਰ ਉਹ ਅਸੀਂ ਖੇਤ ਦੇ ਵਿੱਚ ਉਹਦੀ ਬਿਜਾਈ ਜਿਹੜੀ ਆ ਉਹ ਕਰ ਲੈਂਦੇ ਆ, ਬੀਜ ਨੂੰ ਸੋਧ ਦਿੰਦੇ ਆ। ਇੱਥੇ ਮੈਂ ਇੱਕ ਹੋਰ ਗੱਲ ਭੁਲੇਖਾ ਜਿਹੜਾ ਸਾਡਾ ਬਹੁਤ ਵੱਡਾ ਕੱਢਣਾ ਚਾਹਾਂਗਾ ਕਿ ਅਸੀਂ ਕਹਿ ਰਹੇ ਹਾਂ ਕਿ ਸਿਉਂਕ ਸਾਡੀ ਦੁਸ਼ਮਣ ਆ। ਐਕਚੁਅਲੀ ਸਿਉਂਕ ਸਾਡੀ ਦੁਸ਼ਮਣ ਨਹੀਂ। ਸਿਉਂਕ ਨੇ ਕਈ ਲੱਖ ਹੈਕਟਰ ਧਰਤੀ ਫਰਟਾਈਲ ਬਣਾਈ ਆ। ਇਹ ਹੁਣ ਕਿਸਾਨ ਵੀਰ ਸੋਚ ਕੇ ਕਹਿਣਗੇ ਕਿ ਸਿਉਂਕ ਤੇ ਸਾਡੀ ਫਸਲ ਖਾ ਜਾਂਦੀ ਆ। ਨਹੀਂ, ਸਿਉਂਕ ਜੇ ਸਾਡੇ ਘਰ ਦੀ ਚਾਰ ਦੀਵਾਰੀ ਦੇ ਅੰਦਰ ਆ ਜਾਂਦੀ ਆ ਤੇ ਫਿਰ ਉਹ ਹਾਨੀਕਾਰਕ ਆ, ਕਿਉਂਕਿ ਉਹਨੇ ਪਰ ਖੇਤ ਦੇ ਵਿੱਚ ਉਹ ਹਾਨੀਕਾਰਕ ਸਿਉਂਕ, ਹਾਂ, ਸਿਉਂਕ ਦੀ ਇੱਕ ਰਾਣੀ ਹੁੰਦੀ ਹੈ ਉਹਦੀ ਵਰਮੀ ਦੇ ਵਿੱਚ ਜਿਹਨੇ 1.5 ਲੱਖ ਅੰਡਾ 24 ਘੰਟੇ 'ਚ ਦੇਣਾ ਹੁੰਦਾ ਆ। ਜਦੋਂ ਬਰਸਾਤ ਹੁੰਦੀ ਆ, ਹੁਮਸ ਹੁੰਦਾ, ਫਿਰ ਉਹਦੇ ਜਿਹੜੇ ਜੀ ਉਹਨਾਂ ਨੂੰ ਖੰਭ ਨਿਕਲੇ ਹੁੰਦੇ, ਉੱਡਦੇ ਆ। ਰਾਤ ਨੂੰ ਸਾਡੇ ਜਦੋਂ ਬਲਬ ਜਗਾਉਂਦੇ ਸ਼ਾਮ ਨੂੰ ਤੇ ਉਹਦੇ ਛੋਟੇ ਛੋਟੇ ਜੀ ਜਿਹੜੇ ਆ ਉਹ ਲਾਈਟ ਦੇ ਵਿੱਚ ਵੱਜ ਕੇ ਥੱਲੇ ਡਿੱਗ ਰਹੇ ਹੁੰਦੇ ਆ। ਭਾਵ ਕਿ ਸਿਉਂਕ ਨੇ ਖਾਣਾ ਸਟਰਾ ਵੇਸਟੇਜ ਜਿਹੜੀ ਅਸੀਂ ਸਾੜ ਰਹੇ ਆ। ਜੇ ਅਸੀਂ ਪਰਾਲੀ ਸਾੜ ਰਹੇ ਆ ਉਹ ਸਿਉਂਕ ਦੀ ਖੁਰਾਕ ਸੀ। ਜੇ ਅਸੀਂ ਨਾੜ ਸਾੜ ਰਹੇ ਆ ਸਿਉਂਕ ਦੀ ਖੁਰਾਕ ਸੀ। ਜੇ ਸਬਜ਼ੀਆਂ ਦੀ ਵੇਸਟ ਨੂੰ ਜਲਾ ਰਹੇ ਆ ਤੇ ਉਹ ਸਿਉਂਕ ਦੀ ਖੁਰਾਕ ਆ। ਜਿਹੜੀ ਉਹਦੀ ਸਵੀਟ ਆ, ਜਿਹੜੀ ਉਹਦੀ ਪਸੰਦ ਆ, ਉਹਨੂੰ ਅਸੀਂ ਜਲਾਤਾ। ਉਹ ਫਿਰ ਭੁੱਖੀ ਮਰਦੀ ਹਰੀ ਚੀਜ਼ ਨੂੰ ਖਾਣ ਲੱਗ ਪਈ ਔਰ ਅਸੀਂ ਉਹਨੂੰ ਦੁਸ਼ਮਣ ਡਿਕਲੇਅਰ ਕਰਨ ਲੱਗ ਪਏ। ਨਹੀਂ ਜਲਾਉਂਦੇ ਤੇ ਫਿਰ ਉਹ ਫਸਲ ਖਾਂਦੀ ਆ। ਜੇ ਅਸੀਂ ਉਹ ਸਟਰਾ ਨੂੰ ਨਹੀਂ ਜਲਾਉਂਦੇ ਤੇ ਫਿਰ ਤੇ ਉਹਨੇ ਉਹ ਜਿਹੜੀ ਵੇਸਟੇਜ ਆ ਪਈ ਉਹਨੇ ਸਾਡੇ ਲਈ ਕੰਮ ਕਰਨਾ, ਵੇਸਟੇਜ ਨੂੰ ਖਾਣਾ। ਜੇ ਅਸੀਂ ਉਹ ਫੂਕ ਦਿੱਤੀ, ਜਲਾ ਦਿੱਤਾ ਸਾਰਾ ਕੁਝ ਜਿਹੜੀ ਉਹਦੀ ਖੁਰਾਕ ਸੀ, ਤੇ ਫਿਰ ਉਹਨੇ ਢੂੰਡਣਾ ਕਿ ਮੈਂ ਆਪਣੀ ਭੁੱਖ ਮਿਟਾਉਣ ਵਾਸਤੇ ਕੀ ਖਾਵਾਂ। ਫਿਰ ਉਹ ਹਰੀਆਂ ਚੀਜ਼ਾਂ ਜਿਹੜੀਆਂ ਸੀ ਉਹਨੇ ਖਾਣੀਆਂ ਸ਼ੁਰੂ ਕਰ ਦਿੱਤੀਆਂ, ਫਸਲਾਂ। ਤੇ ਉੱਥੋਂ ਫਿਰ ਅਸੀਂ ਕਲੋਰੋ ਹੋਰ ਦੂਜੇ ਜਿਹੜੇ ਕੈਮੀਕਲ ਆ ਉਹ ਛਿੜਕ ਕੇ ਕਿਤੇ ਰਾਉਂਡ ਅਪ ਛਿੜਕ ਰਹੇ ਨੇ। ਉਹ ਅਸੀਂ ਧਰਤੀ ਦਾ ਔਰ ਆਲ ਲਿਵਿੰਗ ਥਿੰਗ ਦਾ, ਦੇਖੋ ਕੁਦਰਤ ਨੇ ਇੱਕ ਚੇਨ ਬਣਾਈ ਆ। ਇੱਕ ਇਸ ਸਰਕਲ ਦੇ ਵਿੱਚ ਕੌਣ ਪੈਦਾ ਕਰ ਰਿਹਾ ਆ, ਕੌਣ ਖਾ ਰਿਹਾ, ਕੌਣ ਤਿਆਰ ਕਰ ਰਿਹਾ। ਔਰ ਇਹ ਇੱਕ ਬੜਾ ਸਬਜੈਕਟ ਆ। ਜੇ ਪੰਛੀ ਆ ਤੇ ਉਹ ਸਾਡੇ ਲਈ ਕੰਮ ਕਰ ਰਹੇ ਆ ਦਿਨ ਰਾਤ। ਕੀਟ ਧਰਤੀ ਦੇ ਵਿੱਚ ਕੰਮ ਕਰ ਰਹੇ ਆ। ਜਿਹੜੇ ਵਾਯੂਮੰਡਲ ਦੇ ਵਿੱਚ ਉੜਦੇ ਕੀਟ ਨੇ ਉਹ ਵੀ ਸਾਡੇ ਲਈ ਕੰਮ ਕਰ ਰਹੇ ਆ। ਔਰ ਉਹ ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਕਿਹਾ ਸੀ ਕਿ ਆਪ ਜੀਓ ਤੇ ਦੂਜਿਆਂ ਨੂੰ ਵੀ ਜੀਣ ਦਾ ਮੌਕਾ ਦਿਓ। ਬਾਬਾ ਨਾਨਕ ਜੀ ਨੇ 550 ਸਾਲ 550 ਸਾਲ ਦੇ ਕਰੀਬ ਕਿਹਾ ਸੀ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਪਵਨ ਗੁਰੂ ਆ, ਪਾਣੀ ਸਾਡਾ ਪਿਤਾ, ਧਰਤੀ ਸਾਡੀ ਮਾਤਾ ਆ। ਉਹਨਾਂ ਕਿਹਾ ਵੀ ਜੇ ਤੁਸੀਂ ਤਿੰਨਾਂ ਨੂੰ ਸੰਭਾਲ ਲੋਗੇ ਤੇ ਬਚ ਜਾਓਗੇ। ਇਹਨਾਂ ਤਿੰਨਾਂ ਨੂੰ ਅਸੀਂ ਸੰਭਾਲਿਆ ਨਹੀਂ। ਦਰਖਤਾਂ ਦੀ ਕਟਾਈ ਬਹੁਤ ਸਾਰੀ ਕਰ ਦਿੱਤੀ ਔਰ ਧਰਤੀ ਜਿਹੜੀ ਸੀ ਉਹ ਜ਼ਰੀਲੀ ਕਰ ਦਿੱਤੀ। ਪਾਣੀ ਜਿਹੜਾ ਸੀ ਅਸੀਂ ਬੇਤਹਾਸ਼ਾ 1% ਪਾਣੀ ਧਰਤੀ 'ਚ ਆ, 97% ਸਮੁੰਦਰ 'ਚ ਆ ਔਰ 2 ਦੇ ਕਰੀਬ ਲਗਭਗ ਗਲੇਸ਼ੀਅਰ ਆ ਜਿਹੜੇ ਬਰਫ਼ ਖੁਰਦੀ ਆ। ਗਰਮੀਆਂ 'ਚ ਪਾਣੀ ਥੱਲੇ ਆਉਂਦਾ, ਅਸੀਂ ਪੀਣ ਲਈ ਵਰਤ ਰਹੇ ਆ, ਖੇਤੀ ਲਈ ਵਰਤ ਰਹੇ ਆ ਔਰ ਥਰਮਲ ਪਲਾਂਟਾਂ ਦੇ ਵਿੱਚ ਵੀ ਉਹ ਪਾਣੀ ਦੀ ਵਰਤੋਂ ਜਿਹੜੀ ਆ ਹੋ ਰਹੀ ਆ। ਔਰ ਜਦੋਂ ਬਾਬਾ ਜੀ ਨੇ ਸਾਨੂੰ ਇੰਨੇ ਸਾਲ ਪਹਿਲਾਂ ਕਹਿ ਦਿੱਤਾ ਸੀਗਾ, ਸਾਨੂੰ ਉੱਤੇ ਅਮਲ ਕਰਨਾ ਚਾਹੀਦਾ ਸੀ। ਅਸੀਂ ਪੜ੍ਹਦੇ ਹਾਂ ਲੇਕਿਨ ਅਸੀਂ ਉੱਤੇ ਅਮਲ ਨਹੀਂ ਕੀਤਾ ਔਰ ਅਸੀਂ ਆਪ ਨਿਗਾਰ ਵਾਲੇ ਪਾਸੇ ਜਿਹੜੇ ਆਪਣੀਆਂ ਗਲਤੀਆਂ ਕਰਕੇ ਚਲੇ ਗਏ ਆ। ਦੂਸਰਾ ਜਿਹੜਾ ਅਸੀਂ ਜੀਵ ਅੰਮ੍ਰਿਤ ਤਿਆਰ ਕਰਦੇ ਆ, ਉਹਦੇ ਵਿੱਚ ਅਸੀਂ ਪਸ਼ੂ ਦਾ ਗੋਬਰ 5 ਕਿਲੋ, ਜੇ ਦੇਸੀ ਗਾਂ ਹੋਵੇ ਤੇ ਮੈਂ ਇਹ ਵੀ ਤੁਹਾਨੂੰ ਦੱਸ ਦਿਆਂਗਾ ਕਿ ਦੇਸੀ ਗਾਂ ਨੂੰ ਕਿਉਂ ਅਸੀਂ ਪ੍ਰਮੋਟ ਕਰਦੇ ਆ। ਹਾਂਜੀ, ਕਿਉਂਕਿ ਤੁਹਾਡੇ ਗਲੇ ਦੇ ਵਿੱਚ ਸਲਾਈਵਾ ਤੁਹਾਡੀ ਫੂਡ 'ਚ ਮਿਕਸ ਹੁੰਦਾ, ਪੈਂਕਰੀਆ, ਫਿਰ ਡਾਈਜੈਸਟਿਵ ਸਿਸਟਮ ਨੇ ਕੰਮ ਕੀਤਾ। ਤੁਸੀਂ ਬੁਰਕੀ ਨੂੰ ਕਿਹਾ ਜਾਂਦਾ ਕਿ 28 ਤੋਂ 32 ਵਾਰ ਚਬਾਓ, ਉਹਨਾਂ ਸਲਾਈਵਾ ਵੱਧ ਮਿਕਸ ਹੋਏਗਾ। ਜੇ ਅਸੀਂ ਪਾਣੀ ਸਿਪ ਕਰਕੇ ਪੀਂਦੇ ਆ ਤੇ ਸਲਾਈਵਾ ਮਿਕਸ ਹੁੰਦਾ। ਜੇ ਅਸੀਂ ਪਾਣੀ ਝੀਕ ਲਾ ਕੇ ਪੀਂਦੇ ਆ ਸਲਾਈਵਾ ਘੱਟ ਮਿਕਸ ਹੁੰਦਾ। ਤੇ ਇਹ ਮਤਲਬ ਜਿਹੜੀਆਂ ਗਾਵਾਂ ਨੇ ਦੇਸੀ, ਇਹ ਅਗਾਲੀ ਕਰਦੀਆਂ। ਪਸ਼ੂ ਦੇ 4 ਮਿੱਦੇ ਹੁੰਦੇ, ਇੱਕ 'ਚ ਫੂਡ ਸੁੱਟ ਲਈ, ਦੂਜੇ ਦੇ ਵਿੱਚ ਉਹ ਅਗਾਲੀ ਕਰਕੇ ਫਿਰ ਉਹਦੀ ਫੂਡ ਚੇਨ ਬਣਦੀ ਆ, ਸਾਰੇ ਫੂਡ ਦੇ ਤੱਤ ਬਣਦੇ ਆ। ਔਰ ਜੇ ਸਲਾਈਵਾ ਮਿਕਸ ਨਹੀਂ ਹੁੰਦਾ, ਇਹ ਜਿਹੜੀਆਂ ਵਲੈਤੀ ਗਾਵਾਂ ਸੀ HF ਜਰਸੀ, ਇਹ ਖਾਂਦੀਆਂ ਜ਼ਿਆਦਾ ਨੇ ਔਰ ਡਾਈਜੈਸਟ
ਉਹਨਾਂ ਉਸ ਤਰ੍ਹਾਂ ਨਹੀਂ ਸੀ ਕਰਦੀਆਂ ਜਿਵੇਂ ਸਾਡੇ ਦੇਸੀ ਗਾਂ। ਫਿਰ ਉਸ ਤੋਂ ਬਾਅਦ ਪਾਲਕਰ ਜੀ ਮੱਝਾਂ ਨੂੰ ਰਿਕਮੈਂਡ ਕਰਦੇ ਆ, ਕਿਉਂਕਿ ਮੱਝ ਵੀ ਗਾਲੀ ਕਰਦੇ ਆ। ਤੇ ਇਹ ਮਤਲਬ ਸਾਡਾ ਇੱਕ ਸੋਚਣ ਦਾ ਵਿਸ਼ਾ ਸੀਗਾ ਕਿ ਜਿਸ ਇਲਾਕੇ ਦੇ ਵਿੱਚ, ਜਿਸ ਧਰਤੀ ਦੇ ਉੱਤੇ ਮੌਸਮ ਅਨੁਸਾਰ ਜੋ ਪੈਦਾ ਹੁੰਦਾ ਉਹ ਹੀ ਸਾਨੂੰ ਕੁਦਰਤ ਨੇ ਬਖਸ਼ਿਆ ਆ। ਹਾਂਜੀ, ਜੇ ਅਸੀਂ ਕਹੀਏ ਕਿ ਅਸੀਂ ਇੱਥੇ ਬਦਾਮ ਪੈਦਾ ਕਰ ਲਈਏ, ਅਸੀਂ ਇੱਥੇ ਖਰੂਟ ਪੈਦਾ ਕਰ ਲਈਏ, ਉਹ ਤੇ ਕੇਰਲਾ ਦੀ ਖੇਤੀ ਆ, ਉਹ ਇੱਥੇ ਨਹੀਂ ਹੋ ਸਕਦਾ। ਮੈਂ ਪੰਜਾਬ ਦਾ ਹੀ ਦੱਸਾਂਗਾ, ਵਾਯੂਮੰਡਲ ਸਾਰਾ ਕੁਦਰਤ ਦਾ ਜਿਹੜਾ ਕਿਸਾਨ ਵੀਰਾਂ ਨਾਲ ਸਾਂਝ ਪਾਵਾਂਗਾ ਕਿ ਜਿਹੜੀ ਲੀਚੀ ਆ ਉਹ ਬਟਾਲਾ ਤੁਸੀਂ ਕ੍ਰਾਸ ਕਰ ਜਾਓ, ਗੁਰਦਾਸਪੁਰ ਚ ਹੁੰਦੀ ਆ। ਜਿਹੜਾ ਕਿੰਨੂ ਦੀ ਖੇਤੀ ਆ ਉਹ ਮਾਲਵੇ ਦੇ ਵਿੱਚ ਹੁੰਦੀ ਆ। ਪੱਥਰਨਾਖ ਜਿਹੜੀ ਆ ਕਿੱਡਾ ਵਧੀਆ ਫਰੂਟ ਆ, ਜਿਹਨੂੰ ਕਈ ਦਿਨ ਅਸੀਂ ਪ੍ਰਜ਼ਰਵ ਕਰਕੇ ਰੱਖ ਸਕਦੇ, ਉਹਨੂੰ ਕੋਈ ਖਰਾਬ ਨਹੀਂ ਹੁੰਦੀ। ਔਰ ਉਹ ਮਾਝੇ ਦੇ ਵਿੱਚ, ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੇ ਬਾਗ ਸੀ ਜਿਹੜੇ ਅਸੀਂ ਪੁਰਾਣਾ ਪੜ੍ਹਦੇ ਰਹੇ ਹਾਂ, ਦੇਖਦੇ ਰਹੇ ਹਾਂ। ਸ਼ਹਿਰਾਂ ਦੇ ਦੁਆਲੇ ਵੀ ਸੀ, ਹੋਰ ਖੇਤਾਂ ਦੇ ਵਿੱਚ ਵੀ ਸੀ। ਭਾਵ ਕਿ ਮੌਸਮ ਅਨੁਸਾਰ ਜਿਹੜੀਆਂ ਫਸਲਾਂ ਮੌਸਮ ਅਨੁਸਾਰ ਹੀ ਰੰਗ ਰੂਪ ਆ। ਤੇ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਸੀਗਾ ਕਿ ਧਰਤੀ ਤੇ 1/3 ਏਰੀਆ ਜਿਹੜਾ ਸੀ ਉਹ ਦਰਖਤਾਂ ਦੇ ਨਾਲ ਢੱਕਿਆ ਹੋਣਾ ਚਾਹੀਦਾ। ਭਾਵ 25 ਤੋਂ 27% ਜਿਹੜਾ ਸੀ ਮੈਦਾਨੀ ਇਲਾਕਿਆਂ ਦਾ ਸੀ, ਔਰ ਪਹਾੜੀ ਇਲਾਕਿਆਂ ਦਾ ਜਿਹੜਾ ਸੀ ਉਹ 85% 80% ਦੇ ਕਰੀਬ ਸੀਗਾ। ਪਰ ਇਸ ਵੇਲੇ 5.1 ਜਿਹੜੇ ਸੀ ਇਹ ਦਰਖਤ ਜਿਹੜੇ ਆ ਰਹਿ ਗਏ। ਪਾਪੂਲੇਸ਼ਨ ਵੱਧ ਗਈ, ਇੰਡਸਟਰੀ ਸਾਡੀ ਲੋੜ ਹੈ ਵੱਧ ਗਈ, ਗੱਡੀਆਂ ਸਾਡੀ ਲੋੜ ਆ ਵੱਧ ਗਈਆਂ, ਔਰ ਅਸੀਂ ਇਹ ਦਰਖਤਾਂ ਦੀ ਜਿਹੜੀ ਗਿਣਤੀ ਸੀ ਇਹ ਘਟਾ ਦਿੱਤੀ। ਔਰ ਧਰਤੀ ਦਾ ਪਾਣੀ ਡਾਊਨ ਹੋਣ ਕਰਕੇ ਬਹੁਤ ਸਾਰੇ ਸਾਡੇ ਟਕਸਾਲੀ ਦਰਖਤ, ਟਾਹਲੀ ਸੀ ਜਿਹਦੇ ਵਿੱਚ ਕਿੱਕਰ ਸੀ, ਹਾਂਜੀ, ਇਹ ਜਿਹੜੀਆਂ ਸੀ ਇਹ ਕਿਉਂ ਚਲੇ ਗਏ? ਕਿਉਂਕਿ ਧਰਤੀ ਦਾ ਪਾਣੀ ਡਾਊਨ ਚਲ ਗਿਆ, ਖੁਸ਼ਕ ਉਹਨਾਂ ਨੂੰ ਮਿਲ ਰਹੀ ਆ। ਔਰ ਉਹ ਜਿਹੜੀ ਉਹਨਾਂ ਦੀ ਡਿਮਾਂਡ ਸੀ ਨਮੀ ਦੀ, ਪਾਲਕਰ ਜੀ ਇੱਕ ਬਹੁਤ ਬੜੀ ਇਤਿਹਾਸਕ ਗੱਲ ਕਰਦੇ ਆ। ਉਹ ਕਹਿੰਦੇ ਆ ਕਿ ਅਸੀਂ ਕਿਤਾਬਾਂ ਵੀ ਛਪਾਈਆਂ ਨੇ, ਉਹ ਕਹਿੰਦੇ ਆ ਕਿ ਪਾਣੀ ਪੌਦੇ ਦਾ ਦੁਸ਼ਮਣ ਹੈ। ਪੌਦਾ ਨਮੀ ਚਾਹੁੰਦਾ, ਪਾਣੀ ਪੌਦੇ ਦਾ ਦੁਸ਼ਮਣ ਹੈ, ਨਵੀਂ ਪੌਦੇ ਦੀ ਮਿੱਤਰ ਆ। ਤੁਸੀਂ, ਮੈਂ ਐਗਜ਼ਾਮਪਲ ਦਿੰਦਾ ਕਿ ਗਮਲੇ ਦੇ ਦੁਆਲੇ ਤੁਸੀਂ ਕਾਲਰ ਨੂੰ ਪਾਣੀ ਟੱਚ ਕਰੋ, ਨਾ ਕਿ ਤਣੇ ਨੂੰ ਪਾਣੀ ਟੱਚ ਕਰੋ। ਮੈਂ ਬਹੁਤ ਸਾਰੇ ਸੈਮੀਨਾਰ ਲਏ, ਤਰਮਾਲਾ ਹੀ ਲਏ, ਅਬੋਹਰ ਲਏ, ਫਾਜ਼ਿਲਕਾ ਲਏ, ਜਲਾਲਾਬਾਦ, ਭਾਵ ਮਾਲਵੇ ਦੇ ਵਿੱਚ ਬਹੁਤ ਸਾਰੇ, ਉੱਥੇ ਕਿੰਨੂ ਹੁੰਦੇ ਆ। ਜਦੋਂ ਮੈਂ ਕਿੰਨੂਆਂ ਵਾਲਿਆਂ ਨੂੰ ਦੱਸਿਆ ਕਿ ਪੌਦੇ ਨੂੰ ਪਾਣੀ ਕਿੱਥੋਂ ਤੱਕ ਦੇਣਾ, ਜਿਹੜਾ ਜਿੰਨਾ ਉੱਤੋਂ ਬੇਸ ਆ ਉਨੀ ਦੂਰ ਪਾਣੀ ਚਾਹੀਦਾ, ਔਰ ਉਹ ਫੀਡਬੈਕ ਮਿਲਿਆ ਕਿ ਜਿਨ੍ਹਾਂ ਨੇ ਉੱਤੇ ਅਮਲ ਕੀਤਾ ਉਹਨਾਂ ਦੇ ਜਿਹੜੇ ਫਰੂਟ ਸੀ ਉਹ ਜ਼ਿਆਦਾ ਆਏ। ਤੁਸੀਂ ਕਹਿੰਦੇ ਹੋ ਜੀ ਨਿੰਬੂ ਫਟ ਗਿਆ, ਮੈਨੂੰ ਟੈਲੀਫੋਨ ਹੋਇਆ, ਰਾਜਵੀਰ ਜੀ ਸਾਡਾ ਨਿੰਬੂ ਫਟ ਗਿਆ। ਮੈਂ ਕਿਹਾ ਜੀ ਤੁਸੀਂ ਪਾਣੀ ਕਿੱਦਾਂ ਦਿੰਦੇ ਹੋ? ਅਸੀਂ ਜੀ ਦੁਆਲੇ ਟੋਆ ਪੁੱਟਿਆ ਹੋਇਆ। ਨਹੀਂ, ਤੁਸੀਂ ਉਹਦਾ ਜਿੰਨਾ ਸਾਹਮਣੇ ਦਰਖਤ ਨਜ਼ਰ ਆ ਰਿਹਾ ਅੰਬ ਦਾ, ਦੇਖੋ 7 ਫੁੱਟ ਇੱਧਰ ਆ, 7 ਫੁੱਟ ਇੱਧਰ ਆ, ਇੰਨੀ ਦੂਰ ਉਹਨੂੰ ਪਾਣੀ ਚਾਹੀਦਾ ਆ। ਤੇ ਅਸੀਂ ਪਾਣੀ ਦਿੰਨੇ ਆ ਉਹਦੇ ਤਣੇ ਨੂੰ, ਹਾਂਜੀ, ਤਾਂ ਪਾਣੀ ਡਿਮਾਂਡ ਨਹੀਂ ਉਹਦੀ, ਨਵੀਂ ਡਿਮਾਂਡ ਰੂਟ ਦੀ ਆ। ਮੈਂ ਇਸ ਸਾਲ ਜਿਹੜਾ ਪਿੰਗਲਵਾੜੇ ਦੇ ਖੇਤਾਂ ਦੇ ਵਿੱਚ ਅਗਲੇ ਸਾਲ ਖਾਲਸਾ ਕਾਲਜ ਵੀ ਐਕਸਪੈਰੀਮੈਂਟ ਹੋਏਗਾ, ਉਹ ਜਿਹੜਾ ਅਸੀਂ ਝੋਨਾ ਲਾਇਆ 6 ਕਿਲੋ ਝੋਨਾ ਡਾਇਰੈਕਟ ਸੋਇੰਗ ਜਿਹੜੀ ਕਰ ਰਿਹਾ ਡਿਪਾਰਟਮੈਂਟ, ਅਸੀਂ ਥੋੜਾ ਜਿਹਾ ਵੱਖਰਾ ਕੀਤਾ ਕਿ ਬੈੱਡ ਦੇ ਉੱਤੇ ਸੋਇੰਗ ਕੀਤੀ ਆ। 6 ਕਿਲੋ ਬੀਜ ਨਾਲ ਹੀ ਬੈੱਡ ਬਣ ਗਿਆ, ਸਾਡੇ ਕੋਲ ਸੀਡ ਡਰਿਲ ਆ, ਔਰ ਨਾਲ ਹੀ ਜਿਹੜਾ ਬੀਜ ਸੀ ਉਹਦੀ ਸੋਇੰਗ ਹੋ ਗਈ। ਔਰ ਉਹਦੀ ਜਿਹੜੀ ਟਿਲਰਿੰਗ ਆ ਉਹ 45 ਤੋਂ 55 57 ਤੱਕ ਆ। ਔਰ ਅਸੀਂ ਉਹਦੇ ਚ 7 ਪਾਣੀ ਦਿੱਤੇ ਆ। ਤੇ ਅਸੀਂ ਝੋਨੇ ਦੇ ਵਿੱਚ ਪਾਣੀ ਖੜਾ ਰੱਖਦੇ ਸੀ। ਔਰ ਜਦੋਂ ਅਸੀਂ ਐਕਸਪੈਰੀਮੈਂਟ ਕੀਤਾ ਔਰ ਇਹ ਬੜਾ ਕਾਮਯਾਬ ਆ, ਹੁਣ ਸਾਰੇ ਉੱਥੇ ਜਾ ਕੇ ਦੇਖਦੇ ਆ। ਔਰ ਅਗਲੇ ਸਾਲ ਅਸੀਂ ਜਿੰਨਾ ਵੀ ਝੋਨਾ ਪਿੰਗਲਵਾੜੇ ਦੇ ਖੇਤਾਂ ਦੇ ਵਿੱਚ ਖਾਲਸਾ ਕਾਲਜ ਲਾਵਾਂਗੇ, ਇਸ ਵਿਧੀ ਦੇ ਨਾਲ ਲਾਵਾਂਗੇ, ਕਿਉਂਕਿ ਖਾਲਸਾ ਕਾਲਜ 'ਚ ਵੀ ਸੀਡ ਡਰਿਲ ਸਾਡੇ ਕੋਲ ਹੈਗੀ ਆ। ਇਵੇਂ ਹੀ ਅਸੀਂ ਕਣਕ ਦਾ ਮਾਡਲ ਦਿੱਤਾ ਕਿ ਜਿਹੜਾ ਸਾਡਾ ਏਕੜ ਹੁੰਦਾ ਆ ਉਹ ਈਸਟ ਵੈਸਟ 220 ਫੁੱਟ ਹੁੰਦਾ, ਨਾਰਥ ਸਾਊਥ 198 ਫੁੱਟ ਹੁੰਦਾ। ਔਰ ਜਿਹੜੇ ਅਸੀਂ ਬੈੱਡ ਬਣਾਉਨੇ ਆ ਉਹ ਅਸੀਂ ਬਣਾਉਨੇ ਆ ਉੱਤਰ ਦੱਖਣ, ਹਾਂਜੀ, ਨਾਰਥ ਸਾਊਥ। ਔਰ ਇਹ ਜਿਹੜੇ ਬੈੱਡ ਅਸੀਂ ਬਣਾਏ ਕਣਕ ਦੇ, ਪਿਛਲੇ ਸਾਲ ਐਕਸਪੈਰੀਮੈਂਟ ਕੀਤਾ, 50 ਬੈੱਡ 400 ਲਾਈਨ 27 ਤੋਂ 30 ਕਿਲੋ ਅਸੀਂ ਬੀਜਿਆ। ਔਰ ਇੱਕ ਹੋਰ ਮੈਂ ਦੱਸ ਕੇ ਖੁਸ਼ੀ ਮਹਿਸੂਸ ਕਰਾਂਗਾ, ਇਸ ਸਾਲ ਐਕਸਪੈਰੀਮੈਂਟ ਕਰਾਂਗਾ ਕਿ 2.5 ਕਿਲੋ ਕਣਕ ਦੀ ਪੌਦ ਤਿਆਰ ਕਰਕੇ ਅਸੀਂ ਉਹ ਬੈੱਡਾਂ ਦੇ ਉੱਤੇ 1 ਏਕੜ ਦੇ ਵਿੱਚ ਲਾਵਾਂਗੇ। ਅੱਛਾ, ਇਹ ਮੈਂ ਤੁਹਾਨੂੰ ਪੁੱਛਣ ਹੀ ਵਾਲਾ ਸੀਗਾ ਕਿ 2.5 ਕਿਲੋ ਕਣਕ ਦਾ ਬੀ 1 ਏਕੜ ਦੇ ਵਿੱਚ, ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਝਾੜ ਸਹੀ ਰਹਿਣਗੇ। ਹਾਂਜੀ, ਹੈ ਹੈਰਾਨੀ ਵਾਲੀ ਗੱਲ ਆ ਜੀ। ਜਦੋਂ ਮੈਂ ਕਡੇਸ਼ਵਰ ਸਵਾਮੀ ਜੀ ਕੋਲਾਪੁਰ ਕਨੇਰੀ ਮੱਠ, ਜਦੋਂ ਮੈਂ ਉੱਥੇ ਸੈਮੀਨਾਰ ਅਟੈਂਡ ਕੀਤਾ, ਉੱਥੇ ਸੁਰੇਸ਼ ਦੇਸਾਈ ਜੀ ਮਿਲੇ। ਔਰ ਸੁਰੇਸ਼ ਦੇਸਾਈ ਜੀ ਨੇ ਜਦੋਂ ਮੈਨੂੰ ਪੌਦਾ ਦਿਖਾਇਆ, ਮੈਂ ਕਿਹਾ ਦੇਸਾਈ ਜੀ ਕਿਤੇ ਖੇਤ 'ਚ ਖੜ ਕੇ ਦਿਖਾਓ ਤੇ ਮਜ਼ਾ ਆ ਜੇ। ਉਹ ਕਹਿਣ ਲੱਗੇ ਇੱਥੋਂ 20 ਕਿਲੋਮੀਟਰ ਹੋਰ ਜਾਣਾ ਪਏਗਾ। ਮੈਂ ਕਿਹਾ ਜੀ ਮੈਂ ਤੇ ਏਡੀ ਦੂਰੋਂ ਪੰਜਾਬ ਤੋਂ ਆਇਆ ਤੇ ਅੱਗੇ 20 ਕਿਲੋਮੀਟਰ ਜਾਣਾ ਕੀ ਔਖਾ। ਮੈਂ ਉੱਥੋਂ ਗੱਡੀ ਮੰਗੀ, ਜਦੋਂ ਮੈਂ ਖੇਤ 'ਚ ਗਿਆ ਤੇ ਮੇਰੀ ਕੋਈ ਹੈਰਾਨੀ ਦੀ ਹੱਦ ਨਾ ਰਹੀ। ਮੈਂ ਫੋਟੋ ਵੀ ਲੈ ਕੇ ਆਇਆ ਉੱਥੋਂ। ਔਰ ਇਸ ਸਾਲ ਅਸੀਂ ਉਹ 2.5 ਕਿਲੋ ਪਨੀਰੀ ਬੀਜਾਂਗੇ। ਜਿੱਦਣ 20 ਦੀ
ਦਿਨ ਦੀ ਪਨੀਰੀ ਹੋ ਜਾਏਗੀ, ਉਹ ਪਨੀਰੀ ਦੀਆਂ 2 ਪੱਤੇ ਨਿਕਲੇ ਹੁੰਦੇ ਆ, ਇੱਕ ਵਿੱਚੋਂ ਗੋਲ ਸੂਟ ਹੁੰਦੀ ਆ, ਉਹਨੂੰ ਖਿੱਚ ਦਿਆਂਗੇ ਔਰ ਫਿਰ ਅਸੀਂ 22ਵੇਂ ਦਿਨ ਉਹਨੂੰ ਪੁੱਟ ਕੇ ਖੇਤ ਦੇ ਵਿੱਚ ਲਾ ਦਿਆਂਗੇ। ਹੁਣ ਇੱਥੇ ਕੁਐਸਚਨ ਆ ਜਾਏਗਾ ਕਿ ਲੇਬਰ ਜੇ ਤੁਸੀਂ ਬੀਜ 40 ਤੋਂ 45 ਕਿਲੋ ਪਾਉਂਦੇ ਹੋ, ਉਹਦੇ ਪੈਸੇ ਲਾਓ ਤੇ 2.5 ਕਿਲੋ ਦੇ ਪੈਸੇ ਲਾਓ, ਉਹ ਜਿਹੜੇ ਪੈਸੇ ਬਚੇ ਉਹ ਜੇ ਅਸੀਂ ਲੇਬਰ ਨੂੰ ਦੇ ਕੇ ਤੇ 20 ਬੈੱਡਾਂ ਦੇ ਉੱਤੇ ਜਿਹੜਾ ਉਹ ਪਨੀਰੀ ਆ ਪੌਦ ਜਿਹੜੀ ਤਿਆਰ ਹੋਈ ਆ ਉਹ ਲਾ ਦਿਆਂਗੇ ਤੇ ਉਹ ਮਤਲਬ ਉਹਨੇ ਦੇ ਵਿੱਚ ਸਾਰਾ ਕਵਰ ਹੋ ਜਾਣਾ। ਤੁਸੀਂ ਗੱਲ ਕੀਤੀ 2.5 ਕਿਲੋ ਕਣਕ ਦੇ ਬੀਜ ਦੀ, 2.5 ਕਿਲੋ ਕਣਕ ਦੇ ਬੀਜ ਦਾ ਜਿਹੜਾ ਪ੍ਰੈਕਟੀਕਲ ਕਰ ਰਹੇ ਹੋ ਖਾਲਸਾ ਕਾਲਜ ਦੇ ਵਿੱਚ ਕਰ ਰਹੇ ਹੋ? ਇਹ ਅਸੀਂ ਜਿਹੜਾ ਮਾਡਲ ਲਿਆਵਾਂਗੇ ਔਰ ਸਾਨੂੰ ਬੜੀ ਖੁਸ਼ੀ ਹੋਏਗੀ ਕਿ ਇੱਕ ਬਿਲਕੁਲ ਨਵਾਂ ਮਾਡਲ ਸਾਡੇ ਬੀਜ ਦੀ ਬਚਤ ਹੋਏਗੀ ਔਰ ਜਿਹੜੀ ਬੈੱਡਾਂ ਦੇ ਉੱਤੇ ਪਾਣੀ ਜਿਹੜਾ ਆ ਸਾਨੂੰ ਘੱਟ ਦੇਣਾ ਪਏਗਾ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਆ ਕਿ ਬੈੱਡ ਦੀ ਖੇਤੀ ਸਪ੍ਰਿੰਕਲਰ ਦੇ ਨਾਲ ਜਾਂ ਅਸੀਂ ਜਿਹੜਾ ਡ੍ਰਿਪ ਸਿਸਟਮ ਆ ਉਹਦੇ ਰਾਹੀਂ, ਕਿਉਂਕਿ ਧਰਤੀ 'ਚ ਪਾਣੀ ਡਾਊਨ ਜਾ ਰਿਹਾ ਆ ਔਰ ਪਾਣੀ ਬਚਾਉਣਾ ਜਿਹੜਾ ਆ ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਪੌਦੇ ਦੀ ਡਿਮਾਂਡ ਪਾਣੀ ਨਹੀਂ, ਪੌਦੇ ਦੀ ਡਿਮਾਂਡ ਤਾਂ ਨਮੀ ਆ। ਪੌਦੇ ਨੂੰ ਅਸੀਂ ਨਮੀ ਪ੍ਰੋਵਾਈਡ ਕਰਨੀ ਆ, ਪਾਣੀ ਪ੍ਰੋਵਾਈਡ ਨਹੀਂ ਕਰਨਾ, ਤੇ ਅਸੀਂ ਬੇਤਹਾਸ਼ਾ ਪਾਣੀ ਜਿਹੜਾ ਆ ਫਲੱਡ ਇਰੀਗੇਸ਼ਨ ਰਾਹੀਂ ਵੇਸਟ ਕਰ ਦਿੰਦੇ ਆ। ਔਰ ਦੂਸਰਾ ਅਸੀਂ ਜਿਹੜੇ ਕੀਟ ਨੇ, ਮੈਂ ਜਿਵੇਂ ਦੱਸਿਆ ਪਹਿਲਾਂ ਕਿ 85% ਸਾਡੇ ਮਿੱਤਰ ਨੇ, 15% ਮਿਸਿਸ ਡਾਕਟਰ ਜੈਰੂਪ ਦੀ ਲਿਖੀ ਹੋਈ ਬੁੱਕ ਆ, ਅਸੀਂ ਪਿੰਗਲਵਾੜਾ ਸੰਸਥਾ ਵੱਲੋਂ ਛਪਾ ਵੀ ਦਿੱਤੀ ਆ ਔਰ ਕਿਸਾਨਾਂ ਨੂੰ ਦਿੰਦੇ ਵੀ ਆ ਕਿ ਕਿੰਨੇ ਕੀਟ ਵਾਯੂਮੰਡਲ ਦੇ ਵਿੱਚ ਸਾਡੇ ਮਿੱਤਰ ਆ। ਉਹਨਾਂ ਨੇ ਲਿਖਿਆ ਕਿ 85% ਮਿੱਤਰ ਨੇ, 15 ਦੁਸ਼ਮਣ ਨੇ। ਉਹਦੇ ਲਈ ਸਾਨੂੰ ਬਾਜ਼ਾਰ ਜਾਣ ਦੀ ਬਿਲਕੁਲ ਲੋੜ ਨਹੀਂ। ਜੇ ਸਾਨੂੰ ਨਿੰਮ ਦੇ ਪੱਤੇ ਚਾਹੀਦੇ ਆ, ਕਿਸਾਨ ਦੇ ਕੋਲ ਨੇ। ਜੇ ਸਾਨੂੰ ਲਸਣ ਚਾਹੀਦਾ, ਗਾਰਲਿਕ, ਉਹ ਸਾਡੇ ਖੇਤ ਦੇ ਵਿੱਚ ਅਸੀਂ ਆਪਣੀ ਘਰੇਲੂ ਲੋੜ ਵਾਸਤੇ ਪੈਦਾ ਕੀਤਾ ਹੋਇਆ ਆ। ਔਰ ਜੇ ਹਰੀ ਮਿਰਚ ਚਾਹੀਦੀ ਆ ਤੇ ਉਹ ਸਾਡੇ 2-4 ਬੂਟੇ ਹੋਣ ਤੇ ਹਰੀ ਮਿਰਚ ਦਾ ਸਰ ਜਾਂਦਾ ਆ। ਸੜਕ ਤੇ ਕੋਈ ਭੰਗ, ਉਹ ਵੀ ਅਸੀਂ ਉਹਦੇ ਜਿਹੜੇ ਪੱਤੇ ਤੋੜ ਕੇ ਵਰਤ ਸਕਦੇ ਆ। ਜੇ ਅਸੀਂ ਗੋਭੀ ਦੇ ਫਲਾਵਰਾਂ ਦੇ ਉੱਤੇ ਨਹੀਂ ਕਰਨੀ ਤਾਂ ਬੈਂਗਣ ਦੇ ਉੱਤੇ ਨਹੀਂ ਕਰਨੀ ਸਪਰੇ, ਦੂਜੀ ਕਿਸੇ ਫਸਲ ਦੇ ਜਿਹੜੀ ਧਰਤੀ ਦੇ ਵਿੱਚ ਆ ਕਰਨੀ ਆ, ਤੇ ਅਸੀਂ ਉਹਦੇ 'ਚ ਦੇਸੀ ਅੱਕ ਜਿਹੜਾ ਆ ਇਹਦੀ ਵਰਤੋਂ ਕਰ ਸਕਦੇ ਆ, ਜਾਮਨੂੰ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਆ। ਇਹ ਸਾਰਾ ਕੁਝ ਮੈਂ ਦੱਸਿਆ ਜਿਵੇਂ 1 ਏਕੜ ਵਾਸਤੇ ਮੈਂ ਉਹਦੀ ਮਿਕਦਾਰ ਦੱਸਦਾ। ਕਿਤਾਬ 'ਚ ਵੀ ਅਸੀਂ ਲਿਖਿਆ ਹੋਇਆ ਕਿ 3 ਕਿਲੋ ਹਰੀ ਮਿਰਚ ਚਾਹੀਦੀ ਸਾਨੂੰ, 5 ਕਿਲੋ ਸਾਨੂੰ ਨਿੰਮ ਦੇ ਪੱਤੇ ਚਾਹੀਦੇ ਨੇ, ਔਰ ਉਹਦੇ ਵਿੱਚ ਅਸੀਂ ਦੇਸੀ ਅੱਕ ਉੱਤੋਂ ਕੱਟ ਕੇ ਕਿਲੋ 1.5 ਕਿਲੋ ਉਹ ਉਹਦੇ ਪੱਤੇ ਜਿਹਨਾਂ ਦੇ ਵਿੱਚ ਦੁੱਧ ਹੁੰਦਾ ਵਾਈਟ, ਉਹ ਪਾ ਕੇ ਤੇ ਗਾਰਲਿਕ ਪਾ ਕੇ ਅਸੀਂ 1 kg ਇਹਨੂੰ ਥੋੜਾ ਜਿਹਾ ਕੁੱਟ ਕੇ ਅਸੀਂ ਉਬਾਲ ਕੇ 2 ਉਬਾਲੇ ਦੇ ਕੇ ਪਾਣੀ ਮਿਲਾ ਕੇ 80-100 ਲੀਟਰ ਜਿੰਨਾ ਅਸੀਂ ਏਕੜ 'ਚ ਸਪਰੇਅ ਕਰਨੀ ਹੁੰਦੀ ਆ ਔਰ ਸਪਰੇਅ ਕਰ ਸਕਦੇ ਹਾਂ। ਕੀਟ ਤੋਂ ਅਸੀਂ ਆਪਣੀ ਫਸਲ ਨੂੰ ਬਚਾ ਸਕਦੇ ਹਾਂ। ਦੂਸਰਾ ਨੈਚੁਰਲ ਫਾਰਮਿੰਗ ਰਾਹੀਂ ਮੈਂ ਜੋ ਦੇਖਿਆ ਆ ਕਿ ਮਿੱਤਰ ਕੀਟ ਜਿਹੜੇ ਆ ਦੁਸ਼ਮਣ ਕੀਟ ਨੂੰ ਡਿਵੈਲਪ ਨਹੀਂ ਹੋਣ ਦਿੰਦੇ, ਉਹ ਆਪ ਹੀ ਖਤਮ ਕਰ ਦਿੰਦੇ। ਹਾਂ, ਆਪ ਹੀ ਖਤਮ ਕਰ ਦਿੰਦੇ ਆ, ਕਿਉਂਕਿ ਉਹਨਾਂ ਦੀ ਸ਼ਕਤੀ ਜਿਹੜੀ ਆ ਉਹ ਬਣ ਜਾਂਦੀ ਆ। ਔਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪ੍ਰਵਾਸੀ ਪੰਛੀ ਸਾਡੇ ਕੋਲ ਆਉਂਦੇ ਆ। ਗੀਜ ਪੰਛੀ ਸਾਈਬੇਰੀਆ ਤੋਂ ਜਿਹੜਾ ਆ 200-250-300 ਦੇ ਕਰੀਬ ਜਿਹੜੇ ਆ ਆਉਂਦੇ ਆ। ਤੇ ਇਵੇਂ ਹੀ ਪਿਛਲੇ ਸਾਲ ਇੱਥੇ ਖਾਲਸਾ ਕਾਲਜ ਦੇ ਵਿੱਚ ਵੀ ਕੁਝ ਪੰਛੀ ਜਿਹੜੇ ਸੀ ਉਹ ਦੇਖਣ ਨੂੰ ਮਿਲੇ ਫਾਰਮ ਦੇ ਵਿੱਚ। ਔਰ ਉਹ ਦੇਖੋ ਪੰਛੀਆਂ ਨੂੰ ਕੁਦਰਤ ਨੇ, ਨੇਚਰ ਨੇ ਦੱਸਿਆ ਹੋਇਆ ਕਿ ਤੁਹਾਡੀ ਸਹੀ ਫੂਡ ਜਿਹੜੀ ਆ ਇਸ ਜਗ੍ਹਾ ਤੋਂ ਤੁਹਾਨੂੰ ਜਿਹੜੀ ਆ ਉਹ ਮਿਲ ਸਕਦੀ ਆ। ਤੇ ਕਾਫੀ ਕੰਮ ਜਿਹੜਾ ਮਿੱਤਰ ਕੀੜੇ ਹੀ ਕਰੀ ਜਾਂਦੇ ਆ ਆਰਗੇਨਿਕ ਖੇਤੀ ਦਾ। ਅੱਛਾ, ਫੰਗਸ ਜਿਹੜੀ ਆ ਬਰਸਾਤ ਦੇ ਮੌਸਮ ਦੇ ਵਿੱਚ ਫੰਗਸ ਆਉਂਦੀ ਆ। ਜਿਹੜੀ ਫੰਗਸ ਆ ਇਹਦੀਆਂ ਬਹੁਤ ਵੈਰਾਈਟੀਆਂ ਨੇ। ਹਾਂਜੀ, ਇਹਦੇ ਵਿੱਚ ਐਲਗੀ ਉਹ ਵੀ ਫੰਗਸ ਆ, ਪਰ ਉਹ ਪੌਦੇ ਨੂੰ ਨਾਈਟ੍ਰੋਜਨ ਪ੍ਰੋਵਾਈਡ ਕਰਦੀ ਆ, ਅਜ਼ੋਲਾ ਜਿਹਨੂੰ ਅਸੀਂ ਕਹਿੰਦੇ ਆ। ਪਰ ਫੰਗਸ ਵਾਸਤੇ ਅਸੀਂ ਜਿਹੜੀ ਸਪਰੇਅ ਕਰਦੇ ਆ ਖੱਟੀ ਲੱਸੀ ਦੇ ਵਿੱਚ ਤਾਂਬੇ ਦੀ ਤਾਰ ਪੱਤਰੀ ਪਾ ਕੇ ਤੁਸੀਂ 5-4 ਦਿਨ ਰੱਖੀ ਆ, ਉਹਦੇ ਵਿੱਚ 5 ਤੋਂ 7 ਕਿਲੋ ਲੱਸੀ ਹੋਵੇ, ਉਹਦੇ ਵਿੱਚ ਤੁਸੀਂ 50 ਤੋਂ 60 ਲੀਟਰ ਪਾਣੀ ਮਿਲਾ ਕੇ ਖੇਤ 'ਚ ਸਪਰੇਅ ਕਰ ਦਿਓ, ਫੰਗਸ ਖਤਮ ਹੋ ਜਾਏਗੀ। ਇਵੇਂ ਤੇਲਾ ਜਿਹੜਾ ਪੱਤਿਆਂ ਤੇ ਨਜ਼ਰ ਨਹੀਂ ਆਉਂਦਾ, ਪਰ ਜਦੋਂ ਅਸੀਂ ਪੱਤੇ ਤੇ ਹੱਥ ਫੇਰਦੇ ਆ ਤੇ ਸਾਨੂੰ ਮੁਲਾਇਮ ਜਿਹਾ ਹੱਥ ਜਿਹੜਾ ਆਪਣਾ ਲੱਗਦਾ, ਉਹ ਤੇਲਾ ਜਿਹੜਾ ਆ ਉਹਦੇ ਲਈ ਅਸੀਂ ਦੁੱਧ 5 kg ਕੱਚੇ ਦੁੱਧ ਦੇ ਵਿੱਚ ਫੈਟ ਪ੍ਰੋਪਰ ਮਿਕਸ ਹੁੰਦੀ ਆ, ਔਰ ਉਹਦੇ ਵਿੱਚ ਅਸੀਂ 200 ਤੋਂ 250 ਗ੍ਰਾਮ ਗੁੜ ਪਾ ਕੇ ਤੇ ਉਹ ਅਸੀਂ ਪਾਣੀ ਮਿਲਾ ਕੇ ਤੇ ਸਪਰੇਅ ਕਰਦੇ ਆ। ਭਾਵ ਕਿ ਸਾਡੇ ਕੋਲ ਫੰਗਸ ਦਾ ਇਲਾਜ ਵੀ ਹੈਗਾ, ਤੇਲੇ ਦਾ ਇਲਾਜ ਵੀ ਹੈਗਾ, ਕੀਟਾਂ ਦਾ ਇਲਾਜ ਵੀ ਹੈਗਾ। ਅਗਲੀ ਗੱਲ ਜਿਹੜਾ ਅਸੀਂ ਮਤਲਬ ਜਬਰੈਲਿਕ ਇੱਕ ਅਜਿਹਾ ਕੋਲ ਆ ਜਿਹੜਾ ਹਿਮਾਚਲ ਦੇ ਵਿੱਚ ਕੁਝ ਫੈਕਟਰੀਆਂ ਜ਼ਿਆਦਾ ਉਹ ਐਕਸਪੋਰਟ ਕਰਦੇ ਆ, ਜਿਹਦੀ ਕੀਮਤ 28 ਤੋਂ 30 ਹਜ਼ਾਰ ਰੁਪਏ ਲੀਟਰ ਆ। ਉਹ ਜਬਰੈਲਿਕ ਜਿਹੜਾ ਆ ਉਹ ਅਸੀਂ ਪਾਥੀਆਂ ਜਿਹੜੀਆਂ ਤੁਸੀਂ ਚੁੱਲ੍ਹੇ 'ਚ ਬਾਲਦੇ ਹੋ, ਗੋਹੇ ਦੀਆਂ ਪਾਥੀਆਂ, ਪਿੰਡਾਂ 'ਚ ਕਦੀ ਸ਼ਹਿਰਾਂ 'ਚ ਵੀ ਪਿੰਡੋਂ ਵਿਕਣ ਆਉਂਦੀਆਂ ਸੀ ਪਾਥੀਆਂ, ਜਿਹੜੇ ਨਜ਼ਦੀਕ ਪਿੰਡ ਸੀ ਸ਼ਹਿਰਾਂ ਦੇ, ਉਹ ਪਾਥੀਆਂ ਰੇਹੜਿਆਂ ਤੇ ਗੱਡਿਆਂ ਤੇ ਸੇਲ ਕਰਕੇ ਜਾਂਦੇ ਸੀ। ਹੁਣ ਗੈਸਾਂ ਆ ਗਈਆਂ, ਕੁਝ ਅਸੀਂ ਸ਼ੌਕੀਨ ਹੋ ਗਏ, ਕੁਝ ਚੁੱਲ੍ਹੇ ਜਾਂਦੇ ਨੇ। ਹਾਂਜੀ, ਰਸੋਈਆਂ ਜਿਹੜੀਆਂ ਸੀ ਆਟੋਮੈਟਿਕ ਸਾਡੀਆਂ ਹੋ ਗਈਆਂ ਹੁਣ, ਤੇ ਇਹ ਹੌਲੀ-ਹੌਲੀ ਉਹ ਕਲਚਰ ਬੰਦਾ। ਹਾਂਜੀ, ਤੇ ਇਹ ਜਿਹੜਾ ਜਬਰੈਲਿਕ ਆ
ਇਹ ਅਸੀਂ 5 ਕਿਲੋ ਪਾਥੀਆਂ 6 ਮਹੀਨੇ ਤੋਂ ਸਾਲ ਪੁਰਾਣੀਆਂ ਸਾਡੇ ਘਰਾਂ 'ਚ ਹੁੰਦੀਆਂ ਪਿੰਡਾਂ ਦੇ ਵਿੱਚ ਤੇ ਸੰਭਾਲੀਆਂ ਹੁੰਦੀਆਂ ਸਾਡੀਆਂ ਮਾਵਾਂ ਭੈਣਾਂ ਨੇ, ਔਰ ਉਹਨਾਂ ਨੂੰ ਅਸੀਂ ਭਿਉਂਦੇ ਨੇ 10 ਦਿਨ ਬਾਅਦ ਉਹ ਪਾਣੀ ਕੱਢ ਕੇ ਹਾਂਜੀ ਉਹਨੂੰ ਪੁਣ ਕੇ ਉਹਦੇ ਵਿੱਚ 40 ਤੋਂ 50 ਲੀਟਰ ਅਸੀਂ ਜਿਹੜਾ ਆ ਉਹ ਪਾਣੀ ਮਿਲਾ ਕੇ ਸਪਰੇਅ ਕਰਦੇ ਆ। ਤੁਸੀਂ ਯਕੀਨ ਕਰੋ ਜਦੋਂ ਜੰਡਿਆਲੇ ਮੰਡੀ ਦੇ ਵਿੱਚ ਦਾਣੇ ਗਏ ਤੇ ਉਹ ਕਹਿਣ ਲੱਗੇ ਜੀ ਇਹਦੇ ਵਿੱਚ ਕੀ ਛਿੜਕਾਓ ਕੀਤਾ। ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਪਾਥੀਆਂ ਦੇ ਪਾਣੀ ਦਾ ਛਿੜਕਾਓ ਕੀਤਾ ਹੋਇਆ, ਔਰ ਸਾਰਿਆਂ ਜ਼ਿਮੀਂਦਾਰ ਇਕੱਠੇ ਹੋ ਕੇ ਬੜੀ ਹੈਰਾਨੀ ਹੋਈ। ਇਹ ਅਸੀਂ ਜਦੋਂ ਗੋਭ ਤੇ ਆਉਣ ਤੋਂ ਪਹਿਲਾਂ ਕੋਈ ਫਸਲ ਦਾ ਫਲਾਵਰ ਜਦੋਂ ਆਉਂਦਾ ਅਸੀਂ ਉਹਦੀ ਸਪਰੇਅ ਜਿਹੜੀ ਆ ਉਹ ਕਰਦੇ ਆ ਤੇ ਉਹਦਾ ਰਿਜ਼ਲਟ ਜਿਹੜਾ ਆ ਬਹੁਤ ਵਧੀਆ ਕਿ ਪਾਥੀਆਂ ਦੇ ਪਾਣੀ ਤੋਂ ਜਿਬਰੈਲਿਕ ਜਿਹੜਾ ਆ ਉਹ ਤਿਆਰ ਅਸੀਂ ਕਰ ਰਹੇ ਆ। ਸੋ ਇਹ ਜਿਹੜੀ ਕੁਦਰਤੀ ਖੇਤੀ ਆ, ਕੁਦਰਤੀ ਖੇਤੀ ਦੇ ਰਾਹੀਂ ਦੇਖੋ ਜੇ ਅਸੀਂ ਪੈਸਟੀਸਾਈਡ ਫਰਟੀਲਾਈਜ਼ਰ ਨਹੀਂ, ਮੈਂ ਇੱਕ ਐਗਜ਼ਾਮਪਲ ਦਿੰਦਾ ਆ ਕਿ ਜ਼ਿਮੀਂਦਾਰ ਵੀਰ ਜਿਹੜੇ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਆ ਤੁਸੀਂ ਵੀ ਹੋ, ਬਰਸੀਨ ਦੇ ਮੌਸਮ ਦੇ ਵਿੱਚ ਬਰਸੀਨ ਨੂੰ ਅਸੀਂ 4 ਤੋਂ 5 ਵਾਰ ਕੱਟਣਾ ਹੁੰਦਾ। ਜਦੋਂ ਅਸੀਂ ਇੱਕ ਵਾਰ ਕੱਟਦੇ ਆ ਤੇ ਅਸੀਂ ਉਹਨੂੰ ਯੂਰੀਆ ਦੇ ਦਿੰਦੇ ਆ, ਦੂਜੀ ਵਾਰ ਕੱਟਦੇ ਆ ਤੇ ਯੂਰੀਆ ਦੇ ਦਿੰਦੇ ਆ। ਬਰਸੀਨ ਖੁਦ ਨਾਈਟ੍ਰੋਜਨ ਪੈਦਾ ਕਰ ਰਿਹਾ ਆਪਣੀਆਂ ਜੜ੍ਹਾਂ ਦੇ ਵਿੱਚ। ਪਰ ਸਾਨੂੰ ਇਹ ਆ ਵੀ ਯੂਰੀਆ ਇੱਕਦਮ ਨੂੰ ਛੇਤੀ ਕਰਦੀ ਹੈ, ਜਿਵੇਂ ਦੁੱਧ ਨੂੰ ਉਬਾਲਾ ਆਉਂਦਾ ਨਾ ਫਟਾਫਟ ਉਬਾਲਾ ਆਣ ਕੇ ਤੇ ਬਰਸੀਨ ਤਿਆਰ ਹੋ ਜਾਏ ਤੇ ਅਸੀਂ ਕੱਟੀਏ। ਉਹਦੇ 'ਚ ਨਾਈਟ੍ਰੇਟ ਦੀ ਮਾਤਰਾ ਜਿਹੜੀ ਆ ਉਹ ਵੱਧ ਜਾਂਦੀ ਆ। ਨਾਈਟ੍ਰੇਟ ਵਾਲੇ ਪੱਠੇ ਜਦੋਂ ਪਸ਼ੂ ਖਾਂਦਾ ਤੇ ਪਸ਼ੂ ਬਿਮਾਰ ਹੋ ਜਾਂਦਾ, ਸਾਡੀ ਭਾਈ ਦੌੜ ਹੋ ਜਾਂਦੀ ਆ ਕਿ 50-60 ਹਜ਼ਾਰ ਦੀ ਮੱਝ ਆ, ਗਾਂ ਜਿਹੜੀ ਆ 50-60 ਹਜ਼ਾਰ ਦੀ ਆ, ਕੀ ਬਣੇਗਾ। ਅਸੀਂ ਡਾਕਟਰ ਵਿਚਾਰੇ ਆਉਂਦੇ ਨੇ ਉਹ ਇਲਾਜ ਕਰਦੇ ਆ, ਔਰ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਵੀ ਤੁਸੀਂ ਇਹਨੂੰ ਨਾਈਟ੍ਰੋਜਨ ਬਾਹਰੋਂ ਨਾ ਦਿਓ ਔਰ ਇਹ ਸਾਡਾ ਨੁਕਸਾਨ ਕਰ ਰਹੀ ਆ। ਇਵੇਂ ਹੀ ਜਿਵੇਂ ਮੈਂ ਇਹ ਵੀ ਦੱਸ ਕੇ ਖੁਸ਼ੀ ਮਹਿਸੂਸ ਕਰਦਾ ਕਿ ਜਦੋਂ ਸਾਡੀ ਦਾਦੀ ਸਾਡੀਆਂ ਮਾਵਾਂ ਭੈਣਾਂ ਨੂੰ ਗੁੱਸੇ ਹੁੰਦੇ ਸੀ ਕਿ ਗੁੜੀਏ ਤੂੰ ਕੱਲ ਅੱਛੀ ਫੂਡ ਨਹੀਂ ਲਈ ਤੇ ਬੱਚਾ ਤਾਂ ਬਿਮਾਰ ਹੋ ਗਿਆ ਕਿਉਂਕਿ ਦੁੱਧ ਲੈਣਾ ਹੁੰਦਾ ਸੀ ਮਾਂ ਦਾ। ਤੇ ਇਹ ਬੜੀ ਇਤਿਹਾਸਕ ਗੱਲ ਆ ਕਿ ਜਿਹੜੀ ਫੂਡ ਪਸ਼ੂ ਨੇ ਖਾਧੀ ਆ ਔਰ ਉਹ ਦੁੱਧ ਅਸੀਂ ਪੀਣਾ ਆ, ਉਹਦੇ ਅਸਰ ਉਹਦੇ ਹਾਂ, ਕਿਉਂਕਿ ਜਿਹੜੀ ਧਰਤੀ ਆ ਉਹ ਜ਼ਹਿਰੀਲੀ ਆ, ਉਹਨੂੰ ਅਸੀਂ ਫਰਟੀਲਾਈਜ਼ਰ ਪੈਸਟੀਸਾਈਡ ਬੇਤਹਾਸ਼ਾ ਦਿੱਤੀ ਹੋਈ ਆ, ਉਹ ਪਸ਼ੂ ਦਾ ਚਾਰਾ ਖਾਣਾ ਆ ਔਰ ਉਹ ਜਿਹੜੀ ਫੂਡ ਆ ਸਾਨੂੰ ਮਿਲਣੀ ਆ, ਔਰ ਇਹ ਨੁਕਸਾਨ ਜਿਹੜਾ ਆ ਉਹ ਅਸੀਂ ਆਪਣਾ ਖੁਦ ਕਰ ਰਹੇ ਆ, ਅਣਜਾਣੇ ਦੇ ਵਿੱਚ ਵੀ ਕਰ ਰਹੇ ਆ ਔਰ ਜਾਣ ਕੇ ਵੀ ਕਰ ਰਹੇ ਆ। ਇੱਕ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਹੁਣ ਸਾਡੇ ਸੁਣ ਰਹੇ ਸਰੋਤੇ ਆ ਜਿਨ੍ਹਾਂ ਨੇ ਕੁਦਰਤੀ ਖੇਤੀ ਵੱਲ ਜਾਣਾ ਹੋਵੇ ਜੀ, ਕਿੰਨਾ ਸਮਾਂ ਉਹ ਪੈਲੀ ਨੂੰ ਜਾਂ ਜ਼ਮੀਨ ਨੂੰ ਖਾਲੀ ਰੱਖ ਕੇ ਫਿਰ ਇੱਧਰ ਨੂੰ ਤੁਰਨ ਕੇ, ਜਾਂ ਜਿੱਦਾਂ ਤੁਸੀਂ ਦੱਸਿਆ ਕਿ ਉਹਦਾ ਖਾਦਾਂ ਦਾ ਅਸਰ ਰਹਿੰਦਾ ਜ਼ਮੀਨ 'ਚ। ਢਿੱਲੋਂ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਔਰ ਮੈਂ ਦਰਸ਼ਕ ਵੀਰਾਂ ਨੂੰ ਦੱਸਾਂਗਾ ਕਿ ਜਿਵੇਂ ਅਸੀਂ ਜਦੋਂ ਖੇਤੀ ਸ਼ੁਰੂ ਕੀਤੀ ਆ ਔਰ ਪਹਿਲੇ ਸਾਲ ਉਹਦਾ ਰਿਜ਼ਲਟ ਅੱਛਾ ਆਇਆ, ਦੂਜੇ ਸਾਲ ਅੱਛਾ ਆਇਆ, 3 ਸਾਲਾਂ ਬਾਅਦ ਉਹ ਪੈਸਟੀਸਾਈਡ ਫਰਟੀਲਾਈਜ਼ਰ ਦਾ ਅਸਰ ਜ਼ਮੀਨ ਦੇ ਵਿੱਚ ਬਿਲਕੁਲ ਨਹੀਂ ਰਹਿੰਦਾ ਔਰ ਤੁਹਾਨੂੰ ਨਜ਼ਰ ਆਏਗਾ ਕਿ ਤੁਹਾਡੇ ਜਿਹੜੇ ਕੀਚੂਏ ਆ, ਗਡੋਏ ਆ ਔਰ ਦੂਸਰੇ ਹੋਰ ਸਾਡੇ ਬਹੁਤ ਸਾਰੇ ਕੀਟ ਜਿਹੜੇ ਧਰਤੀ ਦੇ ਵਿੱਚ ਛੇਕ ਕਰਦੇ ਆ, ਪੋਲੀ ਕਰਦੇ ਧਰਤੀ, ਔਰ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਜਾਂਦੀ ਹੈ। ਔਰ ਇਹਦੇ ਵਿੱਚ ਅਸੀਂ ਗੋਹਾ, ਪਿਸ਼ਾਬ, ਪਾਣੀ ਔਰ ਈਵਨ ਹਿਊਮਨ ਯੂਰਿਨ ਜਿਹੜਾ ਆ ਸਾਡਾ ਉਹ ਵੀ ਅਸੀਂ ਮਿਕਸ ਕਰਕੇ ਖੇਤ ਨੂੰ ਪਾਣੀ ਰਾਹੀਂ ਜਿਹੜਾ ਅਸੀਂ ਦਿੰਦੇ ਆ। ਹੁਣ ਤੁਸੀਂ ਪਿੰਗਲਵਾੜੇ ਦੇ ਖੇਤ 'ਚ ਆਓ, ਤੁਸੀਂ ਖਾਲਸਾ ਕਾਲਜ ਜਿੱਥੇ ਅਸੀਂ ਆਰਗੈਨਿਕ ਕਰ ਰਹੇ ਹਾਂ ਪਿਛਲੇ 4 ਸਾਲਾਂ ਤੋਂ, ਉਹਨਾਂ ਖੇਤਾਂ 'ਚ ਜਾਓ, ਉੱਥੇ ਨਾਈਟ੍ਰੋਜਨ ਐਕਸੈਸ ਨਜ਼ਰ ਆਏਗੀ, ਤੁਹਾਨੂੰ ਜ਼ਿਆਦਾ ਨਾਈਟ੍ਰੋਜਨ ਨਜ਼ਰ ਆਏਗੀ। ਬਾਹਰੋਂ ਅਸੀਂ ਨਾਈਟ੍ਰੋਜਨ ਦਿੱਤੀ ਨਹੀਂ, ਨੈਚੁਰਲ ਨਾਈਟ੍ਰੋਜਨ ਜਿਹੜੀ ਆ ਤੁਹਾਨੂੰ ਐਲਗੀ ਮਿਲੇਗੀ, ਜ਼ੋਲਾ ਜਿਹਨੂੰ ਕਾਈ ਕਹਿ ਦਿੰਦੇ ਸੀ ਅਸੀਂ ਪਿੰਡਾਂ ਦੇ ਵਿੱਚ, ਛੋਟੇ ਪੱਤੇ, ਛੋਟੀਆਂ ਥੱਲੇ ਜੜ੍ਹਾਂ ਹੁੰਦੀਆਂ ਉਹਦੀਆਂ, ਭਾਵ ਨੈਚੁਰਲ ਨਾਈਟ੍ਰੋਜਨ। ਜਦੋਂ ਨੇਚਰ ਨੇ ਸਾਨੂੰ ਧਰਤੀ ਤੇ ਭੇਜਣ ਤੋਂ ਪਹਿਲਾਂ ਸਾਡਾ ਸਾਰਾ ਪ੍ਰਬੰਧ ਕੀਤਾ ਔਰ ਉਹਨੂੰ ਅਸੀਂ ਸਵਾਰ ਕੇ ਵਰਤੋਂ ਕਰੀਏ, ਹਾਂਜੀ, ਤੇ ਸਾਨੂੰ ਮਤਲਬ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਾਡਾ ਜਿਹੜਾ ਜੀਵਨ ਆ ਉਹ ਬੜਾ ਅੱਛਾ ਹੋ ਸਕਦਾ ਆ। ਅਸੀਂ ਆਪਣੇ ਪਰਿਵਾਰਾਂ ਨੂੰ ਅੱਛੀ ਫੂਡ ਦੇ ਸਕਦੇ ਆ, ਅਸੀਂ ਆਪਣੇ ਆਂਢੀਆਂ ਗਵਾਂਢੀਆਂ ਨੂੰ, ਆਪਣੇ ਦੂਸਰੇ ਵੀਰਾਂ ਨੂੰ ਅੱਛੀ ਫੂਡ ਜਿਹੜੀ ਆ ਦੇ ਸਕਦੇ ਆ। ਇਸ ਵੇਲੇ ਕਿੰਨੀ ਚਿੰਤਾ ਪਈ ਆ ਕਿ ਪਨੀਰ ਸਾਡੇ ਖਾਣ ਲਾਇਕ ਨਹੀਂ, ਦੁੱਧ ਸਾਡੇ ਪੀਣ ਲਾਇਕ ਨਹੀਂ, ਮਿਲਕ ਪ੍ਰੋਡਕਟ ਤਾਂ ਲੈਣ ਹੀ ਨਹੀਂ ਡੇ ਬਹੁਤ ਸਾਰੇ, ਹਾਂਜੀ। ਤਾਂ ਇਹ ਕਿਉਂ ਆ? ਹੁਣ ਆਟਾ ਹੀ ਆ, ਆਟਾ ਤੇ ਉਹੀ ਆ ਜਿਹੜਾ ਤੁਸੀਂ ਮਿਕਸ ਖਾਓਗੇ, ਕਿਉਂਕਿ ਖੇਤ ਦੇ ਵਿੱਚ ਜਿਹੜਾ ਪਹਿਲਾ ਜ਼ਿਮੀਂਦਾਰ ਸੀਗਾ ਉਹ ਚਣਾ ਨਾਲ ਬੀਜਦਾ ਸੀਗਾ, ਉਹ ਅਲਸੀ ਵੀ ਬੀਜਦਾ ਸੀਗਾ, ਉਹ ਮਸਰ ਬੀਜਦਾ ਸੀਗਾ, ਔਰ ਜਿਹੜੀ ਫਲੀਦਾਰ ਫਸਲਾਂ ਨੇ ਜਿਹੜੀਆਂ ਮਤਲਬ ਬੀਜ ਵਾਲੀਆਂ ਨੇ ਉਹ ਨਾਈਟ੍ਰੋਜਨ ਪ੍ਰੋਵਾਈਡ ਕਰਦੀਆਂ, ਹਾਂਜੀ, ਜ਼ਮੀਨ ਦੇ ਵਿੱਚ। ਇਵੇਂ ਮਟਰ ਨੇ, ਮਟਰ ਵੀ ਨਾਈਟ੍ਰੋਜਨ ਪ੍ਰੋਵਾਈਡ ਕਰਦੇ ਆ। ਅਸੀਂ ਜੰਤਰ ਬੀਜਦੇ ਆ, ਅਸੀਂ ਲੋਬੀਆ ਬੀਜਦੇ ਆ। ਹੁਣ ਮੈਂ ਇਹ ਦੱਸਣਾ ਚਾਹਾਂਗਾ ਸਾਰਿਆਂ ਨੂੰ, ਮੈਂ ਕਈ ਵਿਗਿਆਨੀਆਂ ਨੂੰ ਸਵਾਲ ਕਰਦਾ ਆ ਕਿ ਸਭ ਤੋਂ ਉੱਤਮ ਦਾਲ ਕਿਹੜੀ ਆ? ਕੋਈ ਮਾਂ ਕਹਿ ਦੇਗਾ, ਕੋਈ ਛੋਲੇ ਕਹਿ ਦੇਗਾ, ਕੁਛ ਨਹੀਂ। ਸਭ ਤੋਂ ਉੱਤਮ ਦਾਲ ਜਿਹੜੀ ਆ ਉਹ ਲੋਬੀਆ,
ਲੁਬੀਆ ਲੋਬੀਆ ਉਹ ਕਿੱਥੇ ਲੋਬੀਆ ਹੁੰਦੀ ਜੀ ਹਰਵਾ ਲੋਬੀਆ? ਹਰਵਾ ਹਰਵਾ। ਕਾਪੀਜ਼ ਇਹ ਸਭ ਤੋਂ ਜਿਹੜੀ ਫੂਡ ਵੈਲਿਊ ਆ ਇਹ ਲੋਬੀਏ ਦੀ ਆ ਔਰ ਸਭ ਤੋਂ ਵੱਧ ਨਾਈਟ੍ਰੋਜਨ ਲੋਬੀਆ ਪੈਦਾ ਕਰ ਰਿਹਾ ਜ਼ਮੀਨ ਦੇ ਵਿੱਚ ਅਸੀਂ ਪਿੰਗਲਵਾੜੇ ਖੇਤਾਂ ਦੇ ਵਿੱਚ ਬੀਜਣਾ ਸੀ ਖਾਲਸਾ ਕਾਲਜ ਬੀਜਣਾ ਸੀ ਸਾਨੂੰ ਬੀਜ ਨਹੀਂ ਸੀ ਮਿਲ ਰਿਹਾ ਔਰ ਤੁਸੀਂ ਯਕੀਨ ਕਰੋ ਮੇਰੇ ਬੜੇ ਦੋਸਤ ਮਿੱਤਰ ਨੇ ਜਿੰਨੇ ਵੀ ਚੀਫ ਐਗਰੀਕਲਚਰ ਅਫਸਰ ਨੇ ਉਹ ਸਾਰੇ ਜਾਣਕਾਰ ਨੇ ਔਰ ਮੈਂ ਤਿੰਨਾਂ ਚੌਂ ਵੀਰਾਂ ਨੂੰ ਕਿਹਾ ਚੀਫ ਐਗਰੀਕਲਚਰ ਅਫਸਰਾਂ ਨੂੰ ਕਿ ਸਾਨੂੰ ਯਾਰ ਕਿਤੋਂ ਲੋਬੀਏ ਦਾ ਬੀਜ ਲੱਭ ਕੇ ਦਿਓ ਅਸੀਂ ਕਪੂਰਥਲਾ ਵੀ ਫਿਰ ਲਿਆ ਅੰਮ੍ਰਿਤਸਰ ਵੀ ਫਿਰ ਲਿਆ ਸਾਨੂੰ ਬੀਜ ਨਾ ਲੋਬੀਏ ਦਾ ਮਿਲੇ ਫਿਰ ਮੈਂ ਸੋਚਿਆ ਅਸੀਂ ਦਿੱਲੀ ਤੋਂ ਹੀ ਸਿੱਧਾ ਮੰਗਾ ਲੈਂਦੇ ਪੰਜਾਬ 'ਚ ਲੁਬੀਆ ਦਾ ਬੀਜ ਨਹੀਂ ਹੈਗਾ ਜੀ? ਲੋਕ ਬੀਜਦੇ ਨਹੀਂ ਕਿਸਾਨ ਦੇ ਮਨ ਤੇ ਇੱਕ ਚੀਜ਼ ਘਰ ਘਰ ਗਈ ਆ ਕਿ ਲੋਬੀਏ ਨੂੰ ਕੱਟਣਾ ਬਹੁਤ ਔਖਾ ਆ ਕੋਈ ਔਖਾ ਨਹੀਂ ਹਾਂਜੀ ਲੋਬੀਏ ਵਾਲੇ ਪੱਠੇ ਡੰਗਰ ਖਾਏਗਾ ਜਦੋਂ ਏਡੀ ਲੰਮੀ ਫਲੀ ਅਗਰ ਡੰਗਰ ਦੇ ਅੰਦਰ 6-7 ਫਲੀਆਂ ਵੀ ਚਲੀਆਂ ਜਾਂਦੀਆਂ ਤੇ ਉਹ ਫੂਡ ਤੱਤ ਉਹਨੂੰ ਮਿਲ ਗਏ ਅਸੀਂ ਮੂੰਗੀ ਖੁਰਾਕ ਮੇਨ ਉਹੀ ਬਣ ਜਾਂਦੀ ਮੂੰਗੀ ਦੀਆਂ ਫਲੀਆਂ ਪਸ਼ੂ ਖਾਏਗਾ ਉਹਨੂੰ ਖੁਰਾਕ ਮਿਲ ਗਈ ਸੋ ਕਹਿਣ ਤੋਂ ਭਾਵ ਕਿ ਧਰਤੀ 'ਚ ਨਾਈਟ੍ਰੋਜਨ ਪੈਦਾ ਹੋ ਗਈ ਔਰ ਅੱਛਾ ਫੂਡ ਜਦੋਂ ਪਸ਼ੂ ਨੂੰ ਮਿਲੇਗਾ ਪਸ਼ੂ ਦੀ ਸਿਹਤ ਠੀਕ ਰਹੇਗੀ ਦੁੱਧ ਅੱਛਾ ਸਾਨੂੰ ਮਿਲੇਗਾ ਜਿਹੜੀ ਸਾਡੀ ਮਿਹਨਤ ਆ ਉਹਦਾ ਸਾਨੂੰ ਮੁੱਲ ਮਿਲੇਗਾ ਇਸ ਕਰਕੇ ਇਹ ਸਾਰਾ ਸੋਚਣ ਵਾਲਾ ਵਿਸ਼ਾ ਆ ਕਿ ਨੈਚੁਰਲ ਫਾਰਮਿੰਗ ਹੁਣ ਗੁੜ ਸਾਡੀ ਹਰ ਘਰ ਦੀ ਨੀਡ ਆ ਖੰਡ ਨੇ ਹਾਂਜੀ ਤੁਸੀਂ ਖੰਡ ਖਾ ਰਹੇ ਹੋ ਔਰ ਤੁਸੀਂ ਇੱਕ ਹੱਥ ਤੇ ਗੁੜ ਰੱਖੋ ਇੱਕ ਤੇ ਖੰਡ ਰੱਖੋ ਔਰ ਤੱਕੋ ਕਿ ਖੰਡ ਨੂੰ ਵਾਈਟ ਕਰਨ ਵਾਸਤੇ ਕੀ ਕੁਝ ਸਾਨੂੰ ਕਰਨਾ ਪਿਆ ਕਿੰਨੇ ਕੈਮੀਕਲ ਵਰਤਨੇ ਪਏ ਕਿੰਨਾ ਕੁਝ ਵਰਤਣਾ ਪਿਆ ਉਹ ਸਾਰਾ ਅੰਦਰ ਹੀ ਜਾ ਰਿਹਾ ਹਾਂ ਸਾਰਾ ਅੰਦਰ ਹੀ ਜਾ ਰਿਹਾ ਔਰ ਪਹਿਲਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਹਰ ਘਰ ਦੇ ਵਿੱਚ ਗੁੜ ਹੁੰਦਾ ਸੀਗਾ ਹਰ ਘਰ ਦੇ ਵਿੱਚ ਛੋਲੇ ਹੁੰਦੇ ਸੀਗੇ ਹਰ ਘਰ ਦੇ ਵਿੱਚ ਮਿਕਸ ਆਟਾ ਜਿਹੜਾ ਖਾਧਾ ਜਾਂਦਾ ਸੀ ਹੁਣ ਕੀ ਅੱਜ ਅਸੀਂ ਰੂਲੇ ਦਾ ਆਟਾ ਖਾ ਰਹੇ ਹਾਂ ਔਰ ਜਿੰਨਾ ਚਿਰ ਉਹ ਫਾਈਬਰ ਨਹੀਂ ਸਾਡੇ ਅੰਦਰ ਜਾਂਦਾ ਸਾਡੀ ਫੂਡ ਚੇਨ ਜਿਹੜੀ ਆ ਪੂਰੀ ਸਹੀ ਨਹੀਂ ਹੁੰਦੀ ਤੇ ਅਸੀਂ ਤਾਂ ਅੰਮ੍ਰਿਤਸਰ ਸ਼ਹਿਰੀਏ ਖਾਸ ਕਰਕੇ ਸੰਡੇ ਨੂੰ ਪੂਰੀਆਂ ਤੇ ਲੱਗੇ ਨੇ ਹਾਂਜੀ ਪੂਰੀਆਂ ਖਾਓ ਲੱਸੀ ਪੀਓ ਔਰ ਕਲੌਟ ਬਣਨਗੇ ਹਾਰਟ ਅਟੈਕ ਆਏਗਾ ਇਹ ਬੜਾ ਸੋਚਣ ਵਾਲਾ ਵਿਸ਼ਾ ਆ ਕਿ ਅਸੀਂ ਥੋੜਾ ਜਿਹਾ ਆਪਣੇ ਲਾਈਫ ਸਟਾਈਲ ਨੂੰ ਮਤਲਬ ਚੇਂਜ ਕਰਕੇ ਤੇ ਆਪ ਪ੍ਰੋਬਲਮ ਦੇ ਵਿੱਚ ਫਸ ਗਏ ਆ ਔਰ ਮਨੁੱਖ ਦੀ ਡਿਊਟੀ ਸੀ ਕਿ ਤੂੰ ਆਲ ਲਿਵਿੰਗ ਥਿੰਗ ਦਾ ਧਿਆਨ ਰੱਖਣਾ ਪਸ਼ੂ ਪੰਛੀ ਜਾਨਵਰ ਜਿੰਨੇ ਵੀ ਆ ਉਹਨਾਂ ਦਾ ਧਿਆਨ ਰੱਖਣਾ ਮਨੁੱਖ ਦੀ ਡਿਊਟੀ ਸੀਗੀ ਤੇ ਅਸੀਂ ਉਹਨਾਂ ਦੀ ਫੂਡ ਵੀ ਖਰਾਬ ਕਰ ਦਿੱਤੀ ਔਰ ਆਪਣੀ ਵੀ ਖਰਾਬ ਕਰ ਦਿੱਤੀ ਜੇ ਅਸੀਂ ਪ੍ਰੋਬਲਮ 'ਚ ਆ ਤੇ ਸਾਡੇ ਜਿਹੜੇ ਉਹ ਮਿੱਤਰ ਨੇ ਉਹ ਵੀ ਪ੍ਰੋਬਲਮ 'ਚ ਆ ਇਸ ਕਰਕੇ ਇਹ ਜਿਹੜੀ ਕੁਦਰਤੀ ਖੇਤੀ ਨੈਚੁਰਲ ਫਾਰਮਿੰਗ ਆ ਇਹਦੇ ਵੱਲ ਹੁਣ ਦੇਖੋ ਵਿਗਿਆਨੀਆਂ ਨੇ ਹੁਣ ਕਿਹਾ ਕਿ ਮੱਕੀ ਦਾ ਜਿਹੜਾ ਬੂਰ ਨਿਕਲਦਾ ਆ ਜਦੋਂ ਉਹ ਵਾਈਟ ਹੁੰਦਾ ਆ ਤੇ ਉਹ ਸਾਡੇ ਖਾਣ ਵਾਲਾ ਮੈਂ ਜਿਹੜੇ ਮੇਰੇ ਸਾਥੀ ਆ ਖੇਤ 'ਚ ਕੰਮ ਕਰਦੇ ਆ ਉਹ ਜਦੋਂ ਮੱਕੀ ਛੋਟੀ ਪਸ਼ੂ ਦਾ ਚਾਰਾ ਕੱਟ ਰਹੇ ਹੁੰਦੇ ਆ ਤੇ ਮੈਂ ਇਹਨਾਂ ਨੂੰ ਕਹਾਂਗਾ ਕਿ ਇਹ ਬੇਬੀ ਕਾਰਨ ਜਿਹੜਾ ਆ ਇਹਨੂੰ ਤੁਸੀਂ ਖਾਓ ਹਾਂਜੀ ਮੈਂ ਆਪ ਖਾ ਕੇ ਦੱਸਦਾ ਆ ਕਿ ਇਹਦਾ ਆਹ ਫਾਇਦਾ ਆ ਹਾਂਜੀ ਤੇ ਉਹ ਹੁਣ ਮੈਨੂੰ ਉਹ ਮੇਰੇ ਸਾਥੀ ਕਹਿੰਦੇ ਆ ਕਿ ਤੁਸੀਂ ਤੇ ਜੀ 8-10 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਤੇ ਹੁਣ ਤਾਂ YouTube ਤੇ ਵੀ ਸਾਰੇ ਆ ਰਿਹਾ ਵੀ ਇਹ ਬੜੀ ਤਗੜੀ ਮੈਡੀਸਨ ਆ ਸੋ ਕਹਿਣ ਤੋਂ ਭਾਵੇਂ ਆ ਕਿ ਸਾਡੇ ਕੋਲ ਬਹੁਤ ਸਾਰੀ ਕੁਦਰਤ ਨੇ ਆਯੁਰਵੈਦਿਕ ਦੇ ਵਿੱਚ ਮੈਡੀਸਨ ਦਿੱਤੀ ਆ ਚਾਹੇ ਭੂਮੀ ਆਮਲਾ ਆ ਜਾਂ ਐਲੋਵੇਰਾ ਆ ਜਾਂ ਪੁਦੀਨਾ ਆ ਮਤਲਬ ਕਹਿਣ ਤੋਂ ਭਾਵੇਂ ਗਿਣ ਲੱਗੀ ਤੇ ਬੜੀ ਲੰਬੀ ਲਿਸਟ ਆ ਔਰ ਅਸੀਂ ਇਹਨਾਂ ਗੱਲਾਂ ਤੋਂ ਜਦੋਂ ਪਾਸੇ ਚੱਲ ਗਏ ਤੇ ਸਾਡੀ ਹੈਬਿਟ ਬਣ ਗਈ ਕਿ ਇੱਕ ਪੰਜਾਬੀ 'ਚ ਕਹਾਂਗੇ ਪੱਤੇ ਦੇ ਵਿੱਚੋਂ ਟੇਬਲੇਟ ਕੱਢੀ ਤੇ ਖਾ ਲਈ ਹਾਂਜੀ ਤੇ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰ ਲਿਆ ਇਹਦੇ ਕਰਕੇ ਅਸੀਂ ਸਾਰਾ ਜੀਵਨ ਜਿਹੜਾ ਸੀ ਨਾ ਉਹਨੂੰ ਅਪਸੈਟ ਕਰ ਲਿਆ ਕੋਈ ਕਹਿੰਦਾ ਜੀ ਮੈਨੂੰ ਨੀਂਦ ਨਹੀਂ ਆ ਰਿਹਾ ਕੋਈ ਕਹਿੰਦਾ ਜੀ ਮੈਨੂੰ ਸ਼ੂਗਰ ਹੋ ਗਿਆ ਜੀ ਕੋਈ ਕਹਿੰਦਾ ਜੀ ਮੈਨੂੰ ਬਲੱਡ ਪ੍ਰੈਸ਼ਰ ਹੋ ਗਿਆ ਜੀ ਇਹ ਕਿਉਂ ਹੋ ਗਿਆ ਪਹਿਲਾਂ ਕਿਉਂ ਨਹੀਂ ਸੀ ਇਹ ਸੋਚਣ ਵਾਲਾ ਵਿਸ਼ਾ ਆ ਅਸੀਂ ਜਿੰਨੇ ਲੋਕ ਐਜੂਕੇਸ਼ਨ ਨਾਲ ਜੁੜੇ ਆ ਕਿ ਕਿੰਨੀਆਂ ਕੈਲਰੀਜ਼ ਸਾਡੇ ਕੋਲ ਸੀ ਕਿੰਨੀਆਂ ਖਾਣੇ ਵੇਲੇ ਸਾਡੇ ਕੋਲ ਹੋ ਗਈਆਂ ਕਿੰਨੀਆਂ ਅਸੀਂ ਹੈਵੀ ਫੂਡ ਖਾ ਲਈ ਭਾਵ ਮੈਦੇ ਦੀ ਬਣੀ ਆਈਟਮ ਜਿਹਦੇ ਵਿੱਚ ਪੂਰੀਆਂ ਆ 버ਗਰ ਪੀਜ਼ਾ ਨੂਡਲ ਆ ਇਹ ਜਦੋਂ ਅਸੀਂ ਖਾ ਲੀਆਂ ਤੇ ਉਹ ਜਿਹੜੀਆਂ ਐਕਸਟਰਾ ਕੈਲਰੀਜ਼ ਨੇ ਉਹ ਬਰਨ ਹੋਣ ਵਾਸਤੇ ਸਾਨੂੰ ਕੀ ਮੁਸ਼ੱਕਤ ਕਰਨੀ ਪਏਗੀ ਤੇ ਬੈਠੇ ਤੇ ਅਸੀਂ ਸਵੇਰ ਤੋਂ ਸ਼ਾਮ ਤੱਕ ਕੁਰਸੀ ਤੇ ਆ ਹਾਂਜੀ ਤੇ ਏਸੀ ਗੱਡੀ ਚੋਂ ਨਿਕਲੇ ਤੇ ਏਸੀ ਗੱਡੀ 'ਚ ਹੀ ਅਸੀਂ ਜਾ ਕੇ ਫਿਰ ਘਰ 'ਚ ਬਹਿ ਗਏ ਆ ਕਮਰੇ 'ਚ ਔਰ ਇਹ ਸਾਡਾ ਜਿਹੜਾ ਸਰੀਰ ਆ ਇਹ ਰੋਜ਼ ਸਾਨੂੰ ਮੰਗਦਾ ਕਿ 8 ਕਿਲੋਮੀਟਰ ਦੀ ਸੈਰ ਸਾਡੇ ਵਾਸਤੇ ਹਰ ਪ੍ਰਾਣੀ ਵਾਸਤੇ ਜ਼ਰੂਰੀ ਆ ਮੁਸ਼ੱਕਤ ਕਰਨੀ ਸਾਡੀ ਜ਼ਰੂਰੀ ਆ ਜ਼ਿੰਦਗੀ ਚੰਗੀ ਤਾਂ ਦੀ ਹੱਸ ਖੇਡ ਕੇ ਬੰਦਾ ਪਰ ਲਗਾ ਸਕਦਾ ਵਾ ਜੇ ਉਹਦੀ ਸਿਹਤ ਤੰਦਰੁਸਤ ਔਰ ਮੈਂ ਇੱਕ ਮਾਡਲ ਦਿੱਤਾ ਆ ਕਿ ਤੁਸੀਂ ਛੱਤ ਤੇ ਸਬਜ਼ੀਆਂ ਕਿਵੇਂ ਲਾ ਸਕਦੇ ਹੋ ਹਾਈਡਰੋਪੋਨਿਕ ਇਹ ਸਿਸਟਮ ਤਾਂ ਹੈਗਾ ਸੀਗਾ ਇਜ਼ਰਾਈਲ ਦਾ ਔਰ ਪਾਈਪ ਦੇ ਵਿੱਚ ਅਸੀਂ ਸਬਜ਼ੀਆਂ ਜਿਹੜੀਆਂ ਆ ਉਹ ਵੱਖ-ਵੱਖ ਪੈਦਾ ਕੀਤੀਆਂ ਐਟ ਏ ਟਾਈਮ ਤੁਸੀਂ 6 ਤੋਂ 8 ਸਬਜ਼ੀਆਂ ਜਿਹੜੀਆਂ ਆ ਉਹ ਪਾਈਪਾਂ ਦੇ ਵਿੱਚ ਹਾਈਡਰੋਪੋਨਿਕ ਸਿਸਟਮ ਸਾਡੇ ਕੋਲ ਬਣਿਆ ਹੋਇਆ ਆ ਔਰ ਖਾਲਸਾ ਕਾਲਜ ਵੀ ਬਣਿਆ ਹੋਇਆ ਐਗਰੀਕਲਚਰ ਡਿਪਾਰਟਮੈਂਟ ਦੇ ਸਾਹਮਣੇ ਓਕੇ ਜਿਸ ਕਿਸਾਨ ਵੀਰ ਨੇ
ਨੇ ਜਾਂ ਮੇਰੇ ਵੀਰ ਵੇਖਣਾ ਭੈਣ ਨੇ ਵੀ ਹੋਵੇ ਵੇਖਣਾ ਤਾਂ ਵੇਖ ਸਕਦਾ। ਪਿੰਗਲਵਾੜੇ ਦੇ ਖੇਤ 'ਚ ਆਓ ਜਾਂ ਤੁਸੀਂ ਖਾਲਸਾ ਖਾਲਸਾ ਕਾਲਜ ਕਾਲਜ ਐਗਰੀਕਲਚਰ ਡਿਪਾਰਟਮੈਂਟ ਦੇ ਸਾਹਮਣੇ ਆਓ, ਸਾਹਮਣੇ ਆਓ। ਤੁਹਾਨੂੰ ਪਤਾ ਲੱਗ ਜਾਏਗਾ ਕਿ ਛੱਤ ਦੇ ਉੱਤੇ ਅਸੀਂ ਸਬਜ਼ੀਆਂ ਜਿਹੜੀਆਂ ਕਿਵੇਂ ਪੈਦਾ ਕਰ ਸਕਦੇ ਹਾਂ। ਤੇ ਇਹ ਮਤਲਬ ਸਿਰਫ ਸਾਨੂੰ ਥੋੜਾ ਜਿਹਾ ਹਿੰਮਤ ਕਰਨ ਦੀ ਲੋੜ ਹੈ ਔਰ ਸਾਡਾ ਮਨੋਬਲ ਇਹਦੇ ਨਾਲ ਹੋਰ ਉੱਚਾ ਹੋ ਜਾਏਗਾ ਕਿ ਅਸੀਂ ਘਰ ਸਬਜ਼ੀ ਪੈਦਾ ਕਰਕੇ ਜਿਹੜੀ ਆ ਉਹ ਖਾ ਰਹੇ ਹਾਂ। ਔਰ ਸਵਸਥ ਫੂਡ ਜਿਹੜੀ ਆ ਇਹ ਸਾਡੀ ਫਸਟ ਨੀਡ ਹੈ। ਜੇ ਸਾਨੂੰ ਸਵਸਥ ਫੂਡ ਨਹੀਂ ਮਿਲਦੀ ਤੇ ਸਾਡਾ ਜਿਹੜਾ ਬਾਕੀ ਸਾਰੀ ਸ਼ਾਨੇ ਸ਼ੌਕਤ ਜਿੰਨੇ ਸਾਡੇ ਰੁਝੇਵੇਂ ਨੇ ਉਹ ਫਿਰ ਸਾਰੇ ਕਿਸੇ ਵੀ ਕੰਮ ਨਹੀਂ ਆ। ਉਹ ਇਹ ਸੀਗੇ ਸਾਡੇ ਨਾਲ ਸਰਦਾਰ ਰਾਜਵੀਰ ਸਿੰਘ, ਜਿਨ੍ਹਾਂ ਨੇ ਖੇਤੀਬਾੜੀ ਦੇ ਵਿੱਚ ਬਹੁਤ, ਜਿਨ੍ਹਾਂ ਦਾ ਵੱਡਾ ਨਾਮ ਆ ਆਰਗੈਨਿਕ ਖੇਤੀ ਦੇ ਵਿੱਚ। ਕੁਦਰਤੀ ਖੇਤੀ ਕਿੱਦਾਂ ਕਰਨੀ ਆ, ਇੱਦਾਂ ਦੇ ਵਿਸ਼ੇ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਤਾਂ ਜੋ ਅਸੀਂ ਇੱਦਾਂ ਦੇ ਵਿਚਾਰ ਵਟਾਂਦਰੇ ਕਰਦੇ ਰਹੀਏ। ਬਹੁਤ ਧੰਨਵਾਦ ਸਰ, ਬਹੁਤ ਵਾਹਿਗੁਰੂ ਜੀ ਕੀ ਫਤਿਹ।